ਫਤਿਹ ਹੈ ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਇੰਦਰਸੈਨ ਕੈ ਭੇਟਾ ਲੀਜੈ, ਆਪਣਾ ਆਪ ਨਿਵਾਰਨ ਕੀਜੈ। ਸ਼ੁਭ ਫਲ ਮਧੁਰ ਅਸਨ ਤਾਰੇ ਆਗੇ, ਕਰੋ ਡੰਡੋਤ ਚਰਨ ਜੁਗ ਲਾਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਨ ਦੀਵਾਨ ਦੀਵ ਉਪਮਾ ਮਹਾਨ। ਸਾਹਿਬ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਤਿਨਾਂ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਭਾਵਨਾ ਅਦਬ ਅਕੀਦਤ ਨਾਲ ਨਮਸਕਾਰ ਕਰਕੇ ਜਨਮ ਸਫਲਾ ਰਹੇ ਸਤਸੰਗੀ ਜਨੋ। ਰੋਜ਼ਾਨਾ ਦੀ ਤਰ੍ਹਾਂ ਨੇਮ ਸਹਿਤ ਪ੍ਰੇਮ ਸਹਿਤ ਸਤਿਗੁਰੂ ਮਹਾਰਾਜ ਜੀ ਕੇ ਪਾਵਨ ਪਵਿੱਤਰ ਸਥਾਨਾਂ ਤੇ ਚੱਲ ਰਹੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਮੁਬਾਰਕ ਜੀਵਨ ਦੀ ਕਥਾ ਸਰਵਣ ਕਰ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਜਿਸ ਵਕਤ ਬਾਣੀ ਅੰਦਰ ਬਚਨ ਆਉਂਦਾ ਹੈ ਕਿ ਸਿੱਧਾ ਨੇ ਪੁੱਛ ਕੀਤੀ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਨੇ ਭੇਖ ਨਿਵਾਸੀ। ਮਹਾਰਾਜ ਤੁਸੀਂ ਘਰ ਕਿਉਂ ਛੱਡਿਆ ਹੈ? ਜਿਵੇਂ ਸਿੱਧਾ ਨੇ ਘਰ ਛੱਡਿਆ, ਘਰੋਂ ਬੇਘਰ ਹੋਏ, ਮਹਾਰਾਜ ਤੁਸੀਂ ਕਿਉਂ ਘਰੋਂ ਆਏ ਹੋ? ਮੇਰੇ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ, ਭਾਈ ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ। ਸਾਚ ਵਖਰ ਕੇ ਹਮ ਵਣਜਾਰੇ। ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਗੁਰਮੁਖਾਂ ਦੀ ਭਾਲ ਵਿੱਚ ਆਏ ਹਾਂ, ਜੋ ਵੱਖ-ਵੱਖ ਥਾਵਾਂ ਤੇ ਦੂਰ ਦਰਾਡੀਆਂ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਸ ਰਹੇ ਹਨ। ਚੱਲ ਰਹੇ ਲੜੀਵਾਰ ਜੋ ਪ੍ਰਸੰਗ ਹਨ ਕਥਾ ਵਾਰਤਾ ਦੇ, ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਛੋਹ ਐਸੀ ਹੈ ਕਿ ਜਿਨ੍ਹਾਂ ਨੂੰ ਇੱਕ ਵਾਰ ਵੀ ਮਹਾਰਾਜ ਨਹੀਂ ਮਿਲੇ, ਕੁਝ ਇੱਕ ਸਮਾਂ ਮਹਾਰਾਜੀਆਂ ਨੇ ਉਹਨਾਂ ਨਾਲ ਬਿਤਾਇਆ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਕਮਲਾਂ ਦੇ ਭੋਰੇ ਹੋ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਦੇ ਸੰਗ ਉਹ ਲੋਕ ਜੁੜੇ ਜਿੱਥੇ ਪਾਤਸ਼ਾਹ ਜਿਹਨੂੰ ਮਿਲਦੇ ਨੇ ਇੱਕ ਵਾਰ ਮਿਲਦੇ ਨੇ, ਤਥਾ ਇੱਕ ਵਾਰ ਮਿਲਦਿਆਂ ਹੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਐਸੀ ਛਾਪ ਛੱਡ ਕੇ ਆਉਂਦੇ ਹਨ ਕਿ ਮਹਾਰਾਜ ਜੀਆਂ ਦੀ ਉਡੀਕ ਦੇ ਅੰਦਰ ਉਹ ਬੈਠਦੇ ਹਨ। ਜਿਵੇਂ ਸਾਲਸਰਾਏ ਜੋਰੀ ਨੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਚਨ ਕੀਤੇ, ਸਤਿਗੁਰੂ ਦੀਦਾਰ ਕਦੋਂ ਹੋਣਗੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਸਮਾਂ ਆਵੇਗਾ ਤੇਰੇ ਘਰ ਅਸੀਂ ਫਿਰ ਜ਼ਰੂਰ ਆਵਾਂਗੇ। ਤੇ ਗੁਰਮੁਖੋ ਸਮਾਂ ਕਦੋਂ ਆਇਆ? 9ਵੇਂ ਜਾਮੇ ਵਿੱਚ ਜਾ ਕੇ ਉਹ ਦੁਬਾਰਾ ਫਿਰ ਸਮਾਂ ਆਇਆ। ਇੰਨਾ ਸਮਾਂ ਵੀ ਉਹ ਸਾਧ ਸੰਗਤ ਜੀਓ ਉਡੀਕਦੇ ਰਹੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਛੋਹ ਐਸੀ ਹੈ, ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਉਹਨਾਂ ਦੀ ਜੋ ਵਾਰਤਾ ਹੋਈ,
ਸਰਵਣ ਕਰ ਰਹੇ ਸਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਝੰਡੇ ਵਾਢੀ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਮੰਜੀ ਬਖਸ਼ਿਸ਼ ਕੀਤੀ, ਇਲਾਕੇ ਦਾ ਪ੍ਰਚਾਰਕ ਥਾਪਿਆ। ਜੋ ਦੂਰ ਦਰਾਡੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਅੰਦਰ ਸਿੱਖੀ ਦਾ ਜਿਨ੍ਹਾਂ ਨੇ ਪ੍ਰਚਾਰ ਤੇ ਪ੍ਰਸਾਰ ਕੀਤਾ। ਝੰਡਾ ਵਾਢੀ ਸੇਵਾ ਵਿੱਚ ਆਇਆ, ਇੰਦਰਸੈਨ ਜੀ ਸੇਵਾ ਦੇ ਅੰਦਰ ਆਏ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਮੇਰੀ ਵਾਰਤਾ ਹੋਈ। ਅਗਿਆਨਤਾ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇੰਦਰਸੈਨ ਦੀ ਖਤਮ ਕਰ ਦਿੱਤੀ। ਚਾਨਣ ਹੋਇਆ, ਗਿਆਨ ਹੋਇਆ। ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਸੰਗ ਮਹਾਰਾਜ ਜੀਆਂ ਦੇ ਮੁਬਾਰਕ ਚਰਨ ਕਮਲਾਂ ਤੇ ਢਹਿ ਪਿਆ ਇੰਦਰਸੈਨ। ਪ੍ਰਥਮ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੰਦਰਸੈਨ ਨੂੰ ਮੰਜੀ ਬਖਸ਼ਿਸ਼ ਕਰਨ ਲੱਗੇ। ਜੋ ਮੰਜੀਦਾਰ ਆਪਾਂ ਇਤਿਹਾਸ ਦੇ ਵਿੱਚੋਂ ਪੜ੍ਹਨੇ ਹਾਂ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਵੀ ਜੋ ਸਿੱਖੀ ਪ੍ਰਚਾਰ ਪ੍ਰਸਾਰ ਦੇ ਵਾਸਤੇ ਵੱਖ-ਵੱਖ ਮੰਜੀਆਂ ਸਥਾਪਿਤ ਕੀਤੀਆਂ। ਅਗਾਂਹ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਵੇਲੇ ਉਹ ਸੇਵਕ ਜਨ ਜਿਹੜੇ ਸਨ ਉਹ ਮਸੰਦ ਰੂਪ ਵਿੱਚ ਆਏ। ਜਿਹੜੇ ਇਲਾਕਿਆਂ ਦੇ ਵਿੱਚੋਂ ਜਿਨ੍ਹਾਂ ਨੇ ਕਾਰ ਇਕੱਠੀ ਕਰਨੀ, ਮਹਾਰਾਜ ਜੀਆਂ ਦੇ ਅਸਥਾਨਾਂ ਦੇ ਉੱਪਰ ਜਿਨ੍ਹਾਂ ਨੇ ਸੇਵਾ ਭੇਜਣੀ, ਉਹ ਫਿਰ ਰੂਪ ਮੰਜੀਦਾਰ ਤੋਂ ਮਹਾਰਾਜ ਜੀਆਂ ਨੇ ਫਿਰ ਇਸ ਪ੍ਰਕਾਰ ਦੇ ਨਾਲ ਸੇਵਾ ਦੇ ਅੰਦਰ ਮਸੰਦ ਆਏ। ਮਹਾਰਾਜ ਜੀਆਂ ਦੇ ਘਰ ਦੇ ਅੰਦਰ ਜਿਨ੍ਹਾਂ ਨੇ ਬੜੇ ਭਾਵਨਾ ਨਾਲ ਸੇਵਾ ਕੀਤੀ। ਗੁਰਮੁਖੋ, ਭਾਵੇਂ ਕਿ ਅੱਜ ਇਹ ਸ਼ਬਦ ਕਈ ਵਾਰ ਜਦੋਂ ਮਸੰਦ ਸ਼ਬਦ ਕਹਿੰਦੇ ਹਾਂ ਇਹਨੂੰ ਵਿਗੜੇ ਹੋਏ ਰੂਪ ਦੇ ਅੰਦਰ ਆਪਾਂ ਕਹਿੰਦੇ ਹਾਂ, ਪਰ ਇਹ ਜਿਹੜਾ ਸ਼ਬਦ ਸੀ ਬੜਾ ਪਵਿੱਤਰ ਤੇ ਪੂਜਨੀਕ ਸ਼ਬਦ ਸੀ ਮਸੰਦ। ਮਹਾਰਾਜ ਜੀਆਂ ਦਾ ਜਿਨ੍ਹਾਂ ਨੂੰ ਥਾਪੜਾ ਮਿਲਿਆ ਹੋਇਆ ਸੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਤੋਂ, ਉਹਨਾਂ ਨੇ ਇਹ ਸੇਵਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਸਿੱਖੀ ਫੁਲਵਾੜੀ ਨੂੰ ਜਿਨ੍ਹਾਂ ਨੇ ਦੂਰ ਦਰਾਡੇ ਪਾਣੀ ਪਾਉਣ ਦਾ ਜਿਨ੍ਹਾਂ ਨੇ ਕਾਰਜ ਕੀਤਾ। ਆਓ ਵੱਖਰੀ ਬਾਤ, ਸਮੇਂ ਦੇ ਨਾਲ ਵਿਗਾੜ ਆਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵੇਲੇ ਫਿਰ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਜਿਹੜੀ ਇਹ ਮਸੰਦ ਸੰਪਰਦਾ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਇਹਨੂੰ ਬੰਦ ਕਰ ਦਿੱਤਾ। ਲੰਮੇਰਾ ਸਮਾਂ ਸਿੱਖੀ ਪ੍ਰਚਾਰ ਦੇ ਅੰਦਰ ਉਹ ਰਹੇ। ਸੋ ਇਸੇ ਪ੍ਰਕਾਰ ਦੇ ਨਾਲ ਜਿਵੇਂ ਆਪਾਂ ਪਿਛਲੇ ਦਿਨੀ ਕੱਲ ਸਰਵਣ ਕੀਤਾ, ਝੰਡੇ ਵਾਢੀ ਨੂੰ ਮਹਾਰਾਜ ਜੀਆਂ ਨੇ ਮੰਜੀ ਬਖਸ਼ਿਸ਼ ਕੀਤੀ ਜਾਂ ਇਲਾਕੇ ਦਾ ਪ੍ਰਚਾਰਕ ਥਾਪਿਆ। ਜੋ ਦੂਰ ਦਰਾਡੇ ਚੱਲ ਫਿਰ ਕਰਕੇ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਜਿਨ੍ਹਾਂ ਨੇ ਸੇਵਾ ਕੀਤੀ, ਇੰਨੇ ਨੂੰ ਸਾਧ ਸੰਗਤ ਜੀਓ ਸੁਦਰਸੈਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਸ਼ੋਭਾ ਬਾਬਤ ਸੁਣਿਆ ਤਾਂ ਸੀ, ਪਰ ਦਰਸ਼ਨ ਦੀਦਾਰ ਨੇ ਕੀਤੇ ਆਦਮੀ ਨੂੰ ਭੇਜਿਆ ਕਿ ਨਾਨਕ ਤਪੇ ਨੂੰ ਬੁਲਾਇਆ ਹੈ। ਕੌਣ ਹੈ ਨਾਨਕ ਤਪਾ? ਇੰਦਰਸੈਨ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਤਰੀਕਾ ਹੈ ਹੀ ਨਹੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਵਾਰਤਾ ਕਰਨ ਦਾ, ਗੁਫ਼ਤਗੂ ਵਿਚਾਰ ਕਰਨ ਦਾ। ਰਿਸ਼ਤੇ ਦੇ ਅੰਦਰ ਮਾਮਾ ਭਾਣਜਾ ਦਾ ਰਿਸ਼ਤਾ ਲੱਗਦਾ ਹੈ, ਇੰਦਰਸੈਨ ਭਾਣਜਾ ਲੱਗਦਾ ਹੈ, ਸੁਦਰਸੈਨ ਮਾਮਾ ਲੱਗਦਾ ਹੈ। ਆਪ ਗਿਆ ਜਾ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਮਹਿਮਾ ਬਾਬਤ ਉਹਨੂੰ ਜਾਣੂ ਕਰਵਾਇਆ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਉਹ ਨੇ ਜਿਹੜੇ ਊਣਿਆਂ ਨੂੰ ਭਰਨ ਵਾਲੇ ਤੇ ਭਰਿਆਂ ਨੂੰ ਖਾਲੀ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ। ਜਿਹੜਾ ਇੱਕ ਇਸ਼ਾਰਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਨ, ਉਹ ਉਸੇ ਵਕਤ ਛਿਨ ਦੇ ਵਿੱਚ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਆਪ ਪਰਿਪੂਰਨ ਪਰਮਾਤਮਾ ਜੀ ਦਾ ਸਵੈਂ ਰੂਪ ਆਏ ਹਨ। ਸਾਰੀ ਵਾਰਤਾ ਭਾਵ ਦੱਸਣ ਤੋਂ ਬਾਅਦ ਫਿਰ ਉਹਨਾਂ ਨੂੰ ਬਚਨ ਕੀਤਾ ਕਿ ਆਓ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਲੈ ਕੇ ਚੱਲਾਂ। ਰਾਜੇ ਸੁਦਰਸੈਨ ਨੂੰ ਇੰਦਰਸੈਨ ਨੇ ਮਾਮਾ ਭਾਣਜੇ ਦਾ ਰਿਸ਼ਤਾ ਹੈ ਉਹ ਦੱਸ ਰਹੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਸਾਧ ਸੰਗਤ ਜੀ ਆਉਣ ਲੱਗੇ ਹਨ। ਇੱਥੋਂ ਤੱਕ ਜਿਹੜੇ ਪ੍ਰਸੰਗ ਸਨ ਸਰਵਣ ਕੀਤੇ, ਆਓ ਕਰੋ ਸਾਧ ਸੰਗਤ ਜੀਓ ਮਨ ਬਿਰਤੀਆਂ ਨੂੰ ਇਕਾਗਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ
ਉੱਚੇ ਪਹਾੜਾਂ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੱਖ-ਵੱਖ ਟਾਪੂਆਂ ਤੋਂ ਲੰਘਦੇ ਹੋਏ ਨਾਲ ਸਤਿਕਾਰਯੋਗ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਾਥੀ ਮਹਾਰਾਜ ਜੀਆਂ ਦੇ ਨਾਲ ਹਨ। ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਕਿਸ ਪ੍ਰਕਾਰ ਵਿਚਾਰ ਹੋਈ, ਆਓ ਇਹ ਸਰਵਣ ਕਰੀਏ। ਮਨ ਬਿਰਤੀਆਂ ਉਚਾਰਨ ਕਰਦਿਆਂ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇੰਦਰ ਸੈਨ ਕੈ ਪੇਟਾ ਲੀਜੈ। ਜਿਸ ਵਕਤ ਤੁਰਨ ਲੱਗੇ ਤੇ ਇੰਦਰ ਸੈਨ ਨੇ ਰਾਜਾ ਸੁਰਸੈਨ ਨੂੰ ਕਿਹਾ ਕਿ ਤੁਸੀਂ ਕੰਮ ਕਰੋ, ਪਾਤਸ਼ਾਹ ਦੇ ਕੋਲ ਚੱਲਿਓ, ਕੁਝ ਤੁਸੀਂ ਭੇਟਾ ਲੈ ਕੇ ਚੱਲੋ। ਆਪਣਾ ਆਪ ਨਿਵਾਰਨ ਕੀਜੈ। ਆਪਣੇ ਆਪ ਦੇ ਵਿੱਚੋਂ ਹੰਗਤਾ ਛੱਡ ਦਿਓ ਤੇ ਤੁਹਾਡਾ ਭਲਾ ਹੋਵੇਗਾ। ਸ਼ੁਭ ਫਲ ਮధుਰ ਅਸਨ ਤਾਰੇ ਆਗੇ। ਔਰ ਮਹਾਰਾਜੀਆਂ ਦੇ ਕੋਲ ਤੁਸਾਂ ਨੇ ਜਿਸ ਵਕਤ ਪਹੁੰਚਣਾ ਹੈ, ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਜਾਣਾ ਹੈ, ਤੁਸਾਂ ਨੇ ਕੁਝ ਇੱਕ ਪਦਾਰਥ ਲੈ ਕਰਕੇ ਕਰੋ ਡੰਡੋਤ ਚਰਨ ਜੁਗ ਲਾਗੇ। ਮਹਾਰਾਜ ਜੀਆਂ ਦੇ ਮੁਬਾਰਕ ਚਰਨ ਕਮਲਾਂ ਪਾਸ ਤੁਸੀਂ ਪਹੁੰਚ ਕਰਕੇ ਡੰਡੇ ਵੱਤ ਡੰਡੌਤ ਕਰੋ ਲੰਮੇ ਪੈ ਕੇ। ਮਾਨੀ ਸੀਕ ਸੁਸਾਕੇ ਸੁਤ ਕੀ। ਭੈਣ ਦੇ ਪੁੱਤਰ ਭਾਵ ਭਾਣਜੇ ਦੀ ਇਹਨੇ ਸੀਖ ਮੰਨੀ, ਸਿਆਣਾ ਸੀ, ਇਹਨੇ ਭਾਵ ਤਰਸੈਨ ਦੀ ਬਾਤ ਮੰਨ ਲਈ, ਉਹਦੀ ਗੱਲ ਨੂੰ ਮੰਨਿਆ ਹੈ। ਲਖੀਰ ਦੇ ਪਾਖਤ ਮਮ ਹਿਤ ਕੀ। ਆਪਣੇ ਹਿਰਦੇ ਦੇ ਅੰਦਰ ਉਹਨੇ ਜਾਣਿਆ ਕਿ ਬਾਤ ਤਾਂ ਇਹ ਮੇਰੇ ਗੱਲ ਤਾਂ ਮੇਰੇ ਭਲੇ ਦੀ ਕਰ ਰਹੇ ਹਨ। ਸੁਣ ਭੇਟਾ ਲੈ ਕਰ ਸੋ ਆਵਾ। ਉਹ ਭੇਟਾ ਲੈ ਕਰਕੇ ਜਿਵੇਂ ਇੰਦਰ ਸੈਨ ਨੇ ਕਿਹਾ ਸੀ, ਉਹ ਭੇਟਾ ਹੱਥਾਂ ਵਿੱਚ ਲੈ ਕੇ ਇੰਦਰ ਸੈਨ ਜੈ ਸੰਗ ਸੁਹਾਵਾ। ਨਾਲ ਉਹ ਭੇਟਾ ਲੈ ਕਰਕੇ ਇੰਦਰ ਸੈਨ ਤੇ ਸੁਦਰ ਸੈਨ ਦੋਹਰਾ ਪਗ ਨੰਗੇ ਮਨ ਦੀਨ ਹੋਏ। ਪ੍ਰੇਮ ਸੰਗ ਤੈ ਆਨ। ਮਨ ਦੇ ਅੰਦਰ ਨਿਰਮਾਣਤਾ, ਚਰਨਾਂ ਤੋਂ ਪੈਰਾਂ ਤੋਂ ਨੰਗੇ ਹੋ ਕਰਕੇ ਜੋੜੇ ਜੁੱਤੀ ਉਤਾਰ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦਰਸ਼ਨਾਂ ਨੂੰ ਤੁਰੇ ਹਨ। ਹੱਥਾਂ ਵਿੱਚ ਭੇਟਾ ਲਈ, ਮਨ ਨਿਮਰਤਾ ਦੇ ਵੱਲ, ਪੈਰਾਂ ਤੋਂ ਨੰਗੇ ਹੋ ਕਰਕੇ ਜੋੜੇ ਉਤਾਰ ਕੇ ਮਹਾਰਾਜ ਜੀਆਂ ਦੇ ਦਰਸ਼ਨਾਂ ਵੱਲ ਤੁਰੇ। ਕਰ ਬੰਦੇ ਬੰਧਨ ਕਰੀ ਧਰ ਪਰ ਦੰਡ ਸਮਾਨ। ਭੇਟਾ ਮਹਾਰਾਜ ਜੀਆਂ ਦੇ ਪਾਸ ਰੱਖ ਕਰਕੇ ਡੰਡੌਤ ਡੰਡੇ ਵੱਤ ਹੋ ਕਰਕੇ ਰਾਜਾ ਸੁਦਰ ਸੈਨ ਤੇ ਇੰਦਰ ਸੈਨ ਉੱਥੇ ਆਣ ਕੇ ਨਮਸਕਾਰ ਕਰਦੇ ਹਨ। ਰਾਜਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨ ਕਮਲਾਂ ਪਾਸ ਇਸ ਪ੍ਰਕਾਰ ਉਹਨੇ ਨਿਵ ਕਰਕੇ ਡੰਡੌਤ ਕੀਤੀ। ਚੌਪਈ ਕਰ ਅਸ਼ਟਾਂਗ ਚਰਨ ਅਨੁਰਾਗਾ। ਮਹਾਰਾਜ ਜੀਆਂ ਦੇ ਮੁਬਾਰਕ ਚਰਨ ਕਮਲਾਂ ਪਾਸ ਉਸੇ ਤਰ੍ਹਾਂ ਪਿਆ ਰਿਹਾ। ਪਰਿਓ ਰਿਓ ਉਠਤ ਨਾ ਵੱਡ ਭਾਗਾ। ਵੱਡਿਆਂ ਭਾਗਾਂ ਵਾਲਾ ਮਹਾਰਾਜ ਜੀਆਂ ਦੇ ਚਰਨਾਂ ਤੋਂ ਲਾਂਭੇ ਨਾ ਹੋਇਆ। ਘੁੱਟ ਕੇ ਮਹਾਰਾਜ ਜੀਆਂ ਦੇ ਮੁਬਾਰਕ ਚਰਨ ਕਮਲਾਂ ਨੂੰ ਪਕੜੀ ਰੱਖਿਆ। ਪਿਖ ਗੁਰਦਈ ਪੀਠ ਪਰ ਥਾਪੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਵੇਖ ਕੇ ਨਾ ਰਾਜੇ ਨੂੰ ਜਿਵੇਂ ਲੰਮਾ ਪਿਆ ਸੀ, ਸਤਿਗੁਰੂ ਮਹਾਰਾਜ ਜੀਆਂ ਨੇ ਪਿੱਠ ਦੇ ਉੱਪਰੋਂ ਥਾਪੜਾ ਦਿੱਤਾ। ਗੁਰ ਥਾਪੀ ਦਿੱਤੀ ਕੰਡ ਜੀਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਥਾਪੜਾ ਦਿੰਦੇ ਹਨ। ਉੱਪਰੋਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕੰਡ ਜਿਹੜੀ ਸੀ ਥਪਤ ਪਾਈ। ਉਠੋ ਪੂਪ ਅਤ ਪਾਪਰ ਤਾਪੀ। ਹੇ ਅਤ ਪ੍ਰਤਾਪ ਵਾਲੇ ਰਾਜਾ ਜੀ ਤੁਸੀਂ ਉਠੋ। ਨਿਰਪਤ ਸਤਾਰੇ ਤੋਏ ਸਮੀਪਾ। ਕਹਿੰਦੇ ਤੇਰਾ ਵੱਡਾ ਰਾਜ ਭਾਗ ਹੋਵੇਗਾ, ਤੇਰੇ ਕੋਲ ਵੱਡੇ ਵੱਡੇ ਰਾਜੇ ਕੋਲ ਹੋਣਗੇ। ਸਭ ਕਹਿ ਪਇਓ ਤੂੰ ਅਵਿਨੀਪਾ। ਸਾਰਿਆਂ ਵਿੱਚੋਂ ਵੱਡਿਆਂ ਸ਼੍ਰੋਮਣੀ ਰਾਜਿਆਂ ਦੇ ਵਿੱਚੋਂ ਭਾਵ ਤੇਰਾ ਬੋਲ ਬਾਲਾ ਅਧਿਕ ਹੋਵੇਗਾ। ਆਨ ਕਰੇਂਗੇ ਤਵ ਪਦ ਬੰਧਨ। ਤੇਰਾ ਉਹਨਾਂ ਦੇ ਵਿੱਚੋਂ ਬਹੁਤਾਤ ਵਿੱਚ ਸਤਕਾਰ ਹੋਵੇਗਾ। ਜੇ ਨਾ ਆਏ ਚੜ ਕਰੋ ਨਿਕੰਦਨ। ਕਹਿੰਦੇ ਤੂੰ ਇਸ ਥਾਂ ਤੇ ਬੈਠ ਕਰਕੇ ਤੇਰੇ ਕੋਲ ਉਹ ਵੱਖ ਵੱਖ ਰਾਜੇ ਵੀ ਤੇਰੇ ਕੋਲ ਆਉਣਗੇ।
प्रेम अधिक जब तैं का देखा। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਉਹਦਾ ਅਧਿਕ ਪ੍ਰੇਮ ਤੱਕਿਆ दीनो बर होए राज अभिषेखा। ਔਰ ਵੱਡਾ ਰਾਜ ਭਾਗ ਹੋਵੇ ਇਹ ਮਹਾਰਾਜ ਜੀਆਂ ਨੇ ਅਸੀਸ ਦਿੱਤੀ ਹੈ ਰਾਜੇ ਨੂੰ। ਤੇਰਾ ਵੱਡਾ ਰਾਜ ਭਾਗ ਹੋਵੇ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਅਸੀਸ ਦਿੰਦੇ ਹਨ। ਸੁਦਰਸੈਨ ਸੁਨ ਕਰ ਹਰ ਖਾਨਾ। ਸੁਦਰਸੈਨ ਮਹਾਰਾਜ ਜੀਆਂ ਦੇ ਬੋਲ ਸੁਣ ਕੇ ਬੜਾ ਹਿਰਦੇ ਅੰਦਰ ਸਾਧ ਸੰਗਤ ਜੀਓ ਪ੍ਰਸੰਨ ਹੋਇਆ ਹੈ। ਸ਼੍ਰੀ ਕਰਤਾਰ ਸਮਾਨ ਪਛਾਨਾ। ਮਹਾਰਾਜ ਜੀਆਂ ਨੂੰ ਉਸ ਹਰੀ ਕਰਤਾਰ ਪ੍ਰਮਾਤਮਾ ਸਮ ਜਾਣਿਆ। ਦੋਹਰਾ ਬਿਨੇ ਕਰੀ ਕਰ ਬੰਦ ਕੈ ਲੈ ਚੱਲਿਆ ਨਿਜ ਧਾਮ। ਬੇਨਤੀ ਕਰਕੇ ਪਾਤਸ਼ਾਹ ਤੁਸੀਂ ਇੱਥੇ ਨਾ ਬੈਠੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਆਪ ਕਿਰਪਾ ਕਰੋ ਮੇਰੇ ਨਾਲ, ਤੁਸੀਂ ਮੇਰੇ ਧਾਮ ਮੇਰੇ ਮਹਿਲਾਂ ਨੂੰ ਮੇਰੇ ਘਰਾਂ ਨੂੰ ਤੁਸੀਂ ਚੱਲੋ। ਏਕ ਮਾਸ ਤੈ ਠਾਰਏ ਪੂਰਨ ਕਿੰਕਰ ਕਾਮ। ਆਪਣੇ ਦਾਸਾਂ ਦੇ ਕਿੰਕਰ ਦਾਸਾਂ ਦੇ ਕਾਰਜ ਰਾਸ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਜਾ ਸੁਦਰਸੈਨ ਦੇ ਕੋਲ ਸਾਧ ਸੰਗਤ ਜੀਓ ਲਗਭਗ 1 ਮਹੀਨਾ ਮਹਾਰਾਜ ਜੀ ਉੱਥੇ ਹੋਰ ਠਹਿਰੇ ਹਨ। ਇਹਨੇ ਬੇਨਤੀ ਕੀਤੀ ਪਾਤਸ਼ਾਹ ਆਪ ਹੁਣ ਕਿਰਪਾ ਕਰੋ, ਆਪ ਤੁਸੀਂ ਮੇਰੇ ਗ੍ਰਹਿ ਮੇਰੇ ਮਹਿਲਾਂ ਨੂੰ ਚੱਲੋ, ਉੱਥੇ ਆਪ ਕੁਝ ਇੱਕ ਸਮਾਂ ਬਤੀਤ ਕਰੋ। ਜੋ ਪਈ ਸ਼੍ਰੀ ਗੁਰ ਪਨੀ ਨਰੇਸ਼ ਸੁਨੀਜੈ। ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਨਰੇਸ਼ ਨੂੰ ਉਸ ਰਾਜੇ ਨੂੰ ਉਪਦੇਸ਼ ਦਿੰਦੇ ਹਨ। ਝੰਡੇ ਕੀ ਸਮਤਾ ਨੇ ਕੀਜੈ। ਮਹਾਰਾਜ ਜੀ ਨੇ ਬਚਨ ਕਹਿ ਦਿੱਤਾ ਤੇਰੇ ਇਲਾਕੇ ਅੰਦਰ ਝੰਡੇ ਵਾਢੀ ਨੂੰ ਅਸਾਂ ਨੇ ਇਲਾਕੇ ਦਾ ਮੋਢੀ ਥਾਪਿਆ ਹੈ, ਇੱਕ ਕੰਮ ਕਰੀ ਇਹਦੀ ਬਰਾਬਰਤਾ ਹੀ ਨਾ ਕਰੀ। ਵੇਖਨੂੰ ਜਿਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਵੱਡਿਆਂ ਕਰਨ ਸਾਧ ਸੰਗਤ ਜੀਓ। ਰਾਜੇ ਨੂੰ ਵੀ ਮਹਾਰਾਜ ਜੀਆਂ ਨੇ ਅਸੀਸ ਦਿੱਤੀ ਕਿ ਤੇਰਾ ਰਾਜ ਭਾਗ ਬਹੁਤਾਤ ਵਿੱਚ ਹੋਵੇਗਾ, ਪਰ ਮਹਾਰਾਜ ਜੀਆਂ ਨੇ ਨਾਲ ਇਹ ਵੀ ਬਚਨ ਕਹੇ ਸਾਧ ਸੰਗਤ ਜੀਓ ਕਿ ਹੇ ਰਾਜਨ ਤੂੰ ਸਾਡੇ ਜੋ ਇਲਾਕੇ ਜਿਸ ਨੂੰ ਅਸੀਂ ਥਾਪਿਆ ਹੈ ਤੂੰ ਉਹਦੇ ਹੇਠ ਜਾਂ ਉਹਦੇ ਕਹੇ ਹੋਏ ਤੂੰ ਅਨੁਸਾਰ ਚੱਲਣੀ। ਸਾਧ ਸੰਗਤ ਜੀਓ ਜਿਹੜੇ ਆਪਾਂ ਇਹ ਉਪਦੇਸ਼ ਬਚਨ ਪਏ ਪੜ੍ਹ ਰਹੇ ਹਾਂ, ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਮੇਰੇ ਪਾਤਸ਼ਾਹ ਜੀਆਂ ਨੇ ਮੁਬਾਰਕ ਪਾਵਨ ਪਵਿੱਤਰ ਚਰਨ ਪਾਏ ਹਨ, ਚਲੋ ਪੰਜਾਬ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦਾ ਬੋਲਬਾਲਾ ਕਾਇਮ ਰਿਹਾ, ਜਾਂ ਹੋਰ ਵੀ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਸਮੇਂ-ਸਮੇਂ ਤੇ ਪਹੁੰਚਦੇ ਰਹੇ, ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਸਾਧ ਸੰਗਤ ਜੀਓ ਪ੍ਰਚਾਰ ਦੀ ਕਹਿ ਲਈਏ ਜਾਂ ਉੱਥੇ ਥੋੜਾ ਧਿਆਨ ਘਟ ਗਿਆ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਨ੍ਹਾਂ ਥਾਵਾਂ ਤੇ ਆਪਣੇ ਮੁਬਾਰਕ ਚਰਨ ਕਮਲ ਪਾਏ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਨ੍ਹਾਂ ਜਿਨ੍ਹਾਂ ਥਾਵਾਂ ਦੀ ਯਾਤਰਾ ਕੀਤੀ, ਹੋ ਸਕਦਾ ਹੈ ਉਹ ਪਾਵਨ ਪਵਿੱਤਰ ਥਾਵਾਂ ਜਾਂ ਉਹ ਲੋਕ ਅੱਜ ਆਪਾਂ ਉਹਨਾਂ ਥਾਵਾਂ ਤੇ ਸੇਵਾ ਵਿੱਚ ਹਾਜ਼ਰ ਨਾ ਉੱਥੇ ਹੋ ਸਕੇ ਹੋਈਏ। ਇਹਦੇ ਸਬੰਧ ਦੇ ਅੰਦਰ ਧਮਧਾਨ ਸਾਹਿਬ ਦੇ ਕੋਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਨੇ ਮੁਬਾਰਕ ਚਰਨ ਪਾਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਮੀਹਾਂ ਜੀ ਨੂੰ ਮਸੰਦ ਥਾਪਿਆ, ਭਾਈ ਰਾਮਦੇਵ ਜੀ ਨੂੰ ਜਿਹੜੇ ਮਹਾਰਾਜ ਜੀਆਂ ਦੇ ਕੋਲ ਸੇਵਾ ਕਰਦੇ ਸਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਭਾਈ ਮਸੀਹ ਭਾਈ ਮੀਹਾਂ ਜੀ ਨੂੰ ਮਸੰਦ ਥਾਪ ਕੇ ਆਪ ਮਹਾਰਾਜ ਜੀ ਫਿਰ ਅਗਾਂਹ ਨੂੰ ਚਲੇ ਗਏ। ਭਾਈ ਮੀਹੇ ਨੇ ਬੜੀ ਬਾਤ ਦੇ ਅੰਦਰ ਸਿੱਖੀ ਦਾ ਇਲਾਕੇ ਅੰਦਰ ਬੜਾ ਪ੍ਰਚਾਰ ਕੀਤਾ ਉਹਨਾਂ ਨੇ, ਭਾਈ ਮੀਹਾਂ ਜੀ ਨੇ। ਮੈਂ ਜਿਹੜੀ ਬੇਨਤੀ ਵਿੱਚੋਂ ਰੁਕ ਕੇ ਕਰਨ ਲੱਗਾ ਹਾਂ, ਉਹ ਇੱਕ ਪਿੰਡ ਦੇ ਅੰਦਰ ਲਾਗਲਾ ਇੱਕ ਨਗਰ ਹੈ। ਉਸ ਨਗਰ ਦੇ ਅੰਦਰ ਸਾਧ ਸੰਗਤ ਜੀਓ 8-9 ਸਾਲਾਂ ਤੱਕ ਦੇ ਬੱਚੇ ਦੇ ਉਹ ਕੇਸ ਕਤਲ ਨਹੀਂ ਕਰਾਉਂਦੇ। ਉਹ ਕਹਿੰਦੇ ਵੀ ਸਾਡੇ ਪਿੱਛੋਂ ਹੀ ਇਹ ਰੀਤ ਚੱਲੀ ਆਉਂਦੀ ਹੈ
ਧੰਨ ਗੁਰੂ ਨਾਨਕ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਹਾਜ਼ਰੀ ਵੀ ਭਰਦੇ ਹਨ, ਜਿਨ੍ਹਾਂ ਨੂੰ ਆਪਾਂ ਬਾਂਗਰੂ ਸ਼ਬਦ ਲੋਕ ਕਹਿੰਦੇ ਹਾਂ, ਉੱਥੋਂ ਦੇ ਹਰਿਆਣੇ ਦੇ। ਤੇ ਪੁੱਛਣ ਤੇ ਇਹ ਵੀ ਪਤਾ ਲੱਗਾ, ਕਹਿੰਦੇ ਜੀ ਸਾਡੇ ਪਿੰਡ ਦੇ ਅੰਦਰ ਇੱਕ ਮੁਹੱਲਾ ਜਿਹਦਾ ਨਾਮ ਸਿੰਘਾਂ ਵਾਲਾ ਮੁਹੱਲਾ ਸੀ, ਇਸ ਪਿੰਡ ਦੇ ਅੰਦਰ ਸੀ। ਪਰ ਹੌਲੀ ਹੌਲੀ ਜਿਵੇਂ ਹਵਾ ਚੱਲੀ ਜਾਂ ਜਿਵੇਂ ਜਿਵੇਂ ਉਸ ਥਾਂ ਤੇ ਹੋਰ ਪ੍ਰਚਾਰ ਪ੍ਰਸਾਰ ਕੋਈ ਹੋਰਨਾਂ ਦਾ ਵਧਿਆ, ਉਹ ਹੌਲੀ ਹੌਲੀ ਸਾਰੇ ਉਸ ਥਾਂ ਤੋਂ ਅਲੋਪ ਹੋ ਗਏ, ਘਟ ਗਏ ਉੱਥੋਂ। ਤੋ ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਹੁਣ ਜੋ ਆਪਾਂ ਕਥਾ ਵਾਰਤਾ ਸਰਵਣ ਕਰ ਰਹੇ ਹਾਂ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਅਸਾਮ ਦੇ ਇਲਾਕੇ ਦੇ ਅੰਦਰ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੀਆਂ ਜਿਹੜੀਆਂ ਥਾਵਾਂ ਤੇ ਸਤਿਗੁਰੂ ਮਹਾਰਾਜ ਜੀਆਂ ਨੇ ਮੁਬਾਰਕ ਚਰਨ ਕਮਲ ਪਾਏ, ਹੋ ਸਕਦਾ ਉੱਥੇ ਆਪਾਂ ਸੇਵਾ ਦੇ ਅੰਦਰ ਜਾਂ ਪੰਥ ਦੇ ਧਿਆਨ ਤੋਂ ਉਹ ਥਾਵਾਂ ਵਾਂਝੀਆਂ ਰਹਿ ਗਈਆਂ ਹੋਵਣ। ਜਿਵੇਂ ਝੰਡੇ ਵਾਢੀ ਨੂੰ ਮਹਾਰਾਜ ਜੀਆਂ ਨੇ ਇਲਾਕੇ ਦਾ ਪ੍ਰਚਾਰਕ ਥਾਪਿਆ, ਉਹਨਾਂ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਦੂਰ ਦਰਾਡੇ ਇਲਾਕੇ ਦੇ ਅੰਦਰ ਚੱਲ ਫਿਰ ਕਰਕੇ ਕੀਤਾ। ਜਾਂ ਫਿਰ ਜਿਹੜਾ ਉੱਥੋਂ ਦਾ ਆਗੂ ਸੀ ਜਾਂ ਰਾਜਾ ਸੀ, ਉਹ ਵੀ ਮਹਾਰਾਜ ਜੀਆਂ ਦੀ ਸੇਵਾ ਦੇ ਅੰਦਰ ਹਾਜ਼ਰ ਹੋਇਆ। ਮਹਾਰਾਜ ਜੀਆਂ ਦੀ ਸਿੱਖੀ ਨੂੰ ਜਿਹਨੇ ਅਪਣਾਇਆ, ਜਿਨ੍ਹਾਂ ਨੇ ਚਰਨ ਪੌ ਲਈ, ਤੋ ਰਹੋ ਵਿਚਾਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਜੋ ਰਾਜਾ ਸੁਦਰਸੈਨ ਸੀ, ਮਹਾਰਾਜ ਜੀਆਂ ਦੇ ਕੋਲ, ਉਹਨਾਂ ਦੇ ਕੋਲ ਆਇਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਲੱਗੇ ਦੇਣ। ਕਹਿੰਦੇ ਤੇਰਾ ਰਾਜ ਦੂਰ ਦਰਾਡੇ ਤੱਕ ਤੇਰਾ ਰਾਜ ਵਧੇਗਾ, ਪਰ ਨਾਲ ਤੂੰ ਇਹ ਵੀ ਗੱਲ ਦਾ ਧਿਆਨ ਰੱਖੀ ਕਿ ਤੂੰ ਝੰਡੇ ਦੀ, ਸਾਡੇ ਸੇਵਕ ਝੰਡੇ ਵਾਢੀ ਦੀ ਤੂੰ ਸਮਤਾ ਨਹੀਂ ਕਰਨੀ, ਉਹਦੇ ਕਹਿਣੇ ਵਿੱਚ ਤੂੰ ਰਹੀਂ। ਜੇਕਰ ਆਪਨ ਭਲਾ ਤੁਮ ਚਾਹੀ, ਜੇ ਤੂੰ ਭਲਾ ਚਾਹੁੰਦਾ ਹੈ ਸਦਾ ਨਮਿਓ ਆਗੇ ਤੇ ਰਹੀ। ਉਹਦੇ ਕਹਿਣ ਅਨੁਸਾਰ ਹੀ ਰਵੀਂ, ਜਿਵੇਂ ਉਹ ਬਚਨ ਕਰੇ ਉਹਦੇ ਕਹਿਣ ਅਨੁਸਾਰ ਹੀ ਉਹਦੇ ਅੱਗੇ ਰਹੀਂ। ਸਰਬ ਦੇਸ਼ ਸਿੱਖੀ ਪ੍ਰਗਟਾਏ, ਸਾਰੇ ਇਲਾਕੇ ਅੰਦਰ ਸਿੱਖੀ ਤੁਸੀਂ ਪ੍ਰਗਟਾਓ, ਲੋਕਾਈ ਦਾ ਤੁਸੀਂ ਭਲਾ ਕਰੋ। ਝੰਡੇ ਅਗਰਜ ਦਈ ਨਿਵਾਏ, ਝੰਡੇ ਦੇ ਅੱਗੇ ਉਹਨੂੰ ਨਿਵਾ ਦਿੱਤਾ। ਸਿਮਰਨ ਨਾਮ ਦਾਨ ਇਸ਼ਨਾਨਾ, ਮਹਾਰਾਜ ਜੀਆਂ ਨੇ ਉਪਦੇਸ਼ ਦਿੱਤਾ ਨਾਮ ਸਿਮਰਨ ਦਾਨ ਇਸ਼ਨਾਨ ਦਾ। ਕਰੇ ਮਨੁਜ ਨਿਜ ਭਲਾ ਪਛਾਨਾ, ਜੋ ਵੀ ਭਾਵ ਇਹ ਸੇਵਾ ਦੇ ਅੰਦਰ ਰਹਿਣਗੇ ਉਹਨਾਂ ਦਾ ਭਲਾ ਹੋਵੇਗਾ। ਬਹੁਰ ਚਲਨ ਕੀ ਬਾਤ ਚਲਾਈ, ਫਿਰ ਪਾਤਸ਼ਾਹ ਜੀਆਂ ਨੇ ਹੁਣ ਉੱਥੋਂ ਚਾਲਾ ਪਾਉਣ ਦੀ ਮਹਾਰਾਜ ਜੀਆਂ ਨੇ ਬਚਨ ਕੀਤਾ। ਸੁਨਤ ਨ੍ਰਿਪਤ ਨੇ ਗਿਰਾ ਅਲਾਈ, ਮਹਾਰਾਜ ਜੀ ਦੇ ਕੋਲ ਫਿਰ ਰਾਜੇ ਨੇ ਫਿਰ ਬੇਨਤੀ ਕੀਤੀ, ਗਜਬਾਜੀ ਸਭ ਰਾਜ ਸਮਾਜਾ। ਮਹਾਰਾਜ ਆ ਜਿੰਨਾ ਕੁਛ ਵੀ ਮੇਰੇ ਕੋਲ ਹੈ, ਕੀ ਹਾਥੀ ਕੀ ਘੋੜੇ ਆ, ਜਿੰਨਾ ਵੀ ਮੇਰੇ ਕੋਲ ਰਾਜ ਸਾਜ ਹੈ, ਨਿਜ ਕਰ ਝੰਡੇ ਕੋ ਦਿਓ ਆਜਾ। ਇਹ ਸਾਰਾ ਕੁਛ ਹੀ ਮੇਰਾ ਚਿੱਤ ਕਰਦਾ ਹੈ ਝੰਡੇ ਵਾਢੀ ਨੂੰ ਦੇ ਕਰਕੇ। ਮੋਕੋ ਲਿਓ ਆਪਨੇ ਸਾਥਾ, ਮਹਾਰਾਜ ਤੁਸੀਂ ਮੈਨੂੰ ਆਪਣੇ ਨਾਲ ਹੀ ਲਈ ਜਾਓ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਤੁਸੀਂ ਚੱਲੇ ਹੋ, ਪਾਤਸ਼ਾਹ ਤੁਹਾਡੇ ਬਿਨਾ ਚਿੱਤ ਨਹੀਂ ਲੱਗਣਾ। ਮਹਾਰਾਜ ਇੱਕ ਕੰਮ ਕਰੋ, ਕਿਰਪਾ ਕਰੋ, ਤੁਸੀਂ ਮੈਨੂੰ ਆਪਣੇ ਨਾਲ ਹੀ ਲਈ ਚੱਲੋ। ਇੱਥੋਂ ਦੀ ਸਮੁੱਚੀ ਜ਼ਿੰਮੇਵਾਰੀ ਆਪਾਂ ਝੰਡੇ ਵਾਢੀ ਨੂੰ ਦੇ ਜਾਂਦੇ ਹਾਂ। ਜਿੰਨਾ ਰਾਜ ਸਾਜ ਹਾਥੀ ਘੋੜੇ ਜਿੰਨੇ ਵੀ ਹਨ, ਇਹ ਆਪਾਂ ਝੰਡੇ ਨੂੰ ਦੇ ਕਰਕੇ ਸਤਿਗੁਰੂ ਜੀ ਇਥੋਂ ਆਪਾਂ ਚਲੇ ਜਾਂਦੇ ਹਾਂ। ਰਹਿ ਨਾ ਸਕੋ ਤੁਮ ਬਿਨ ਜਗਨਾਥਾ, ਹੇ ਜਗਤ ਦੇ ਨਾਥ ਮੈਂ ਆਪ ਜੀ ਬਿਨਾਂ ਨਹੀਂ ਰਹਿ ਸਕਦਾ। ਮੀਨ ਨੀਰ ਗਤ ਸ਼੍ਰੀ ਪਗ ਸੰਗਾ, ਅੱਛਾ ਮਛਲੀ ਪਾਣੀ ਬਿਨਾਂ ਕਿਵੇਂ ਰਹਿ ਸਕਦੀ ਹੈ। ਮੇਰਾ ਹਿਰਦਾ ਮਛਲੀ ਜੈਸਾ, ਆਪ ਜੀਆਂ ਦੇ ਮੁਬਾਰਕ ਚਰਨ ਪਾਣੀ ਜੈਸੇ, ਜਲ ਜੈਸੇ। ਮਹਾਰਾਜ ਮੈਂ ਆਪ ਜੀ ਤੋਂ ਬਿਨਾ ਨਹੀਂ ਰਹਿ ਸਕਦਾ। ਅਸ ਕਹਤਿਓ ਉਰ ਪ੍ਰੇਮੀ ਉਮੰਗਾ, ਹਿਰਦੇ ਦੇ ਅੰਦਰ ਉਹ ਪ੍ਰੇਮ ਸਹਿਤ ਉਹਦਾ ਹਿਰਦਾ ਪ੍ਰੇਮ ਦੇ ਨਾਲ ਭਰ ਗਿਆ। ਪੁਲ ਕਾਵਲ ਤਨ ਗਦ ਗਦ ਬਾਨੀ, ਹਿਰਦਾ ਉਹਦਾ ਗੱਚ ਹੋ ਗਿਆ, ਉਹਦੇ ਤੋਂ ਬੋਲ ਨਾ ਨਿਕਲਣ। ਸਰੀਰ ਵੀ ਪ੍ਰੇਮ ਦੇ ਨਾਲ ਭਾਵ ਸਰੀਰ ਵੀ ਕੰਬਣ ਲੱਗਾ ਮਹਾਰਾਜ ਜੀਆਂ ਦੇ ਕੋਲ। ਤੈ ਛਿਨ ਨ੍ਰਿਪ ਕੀ ਗਤ ਬਿਕੁਲਾਨੀ, ਮਹਾਰਾਜ ਜੀ ਉਹਦੀ ਅਵਸਥਾ ਨੂੰ ਜਾਣ ਗਏ।
ਦੇਖ ਪ੍ਰੀਤ ਅਸ ਉਰ ਕੀ ਸਾਚੀ। ਪਾਤਸ਼ਾਹ ਜੀਆਂ ਨੇ ਉਹਦੇ ਹਿਰਦੇ ਦੀ ਸੱਚੀ ਪ੍ਰੀਤ ਨੂੰ ਮਹਾਰਾਜ ਜੀਆਂ ਨੇ ਜਾਣਦਿਆਂ ਹੋਇਆ ਸ਼੍ਰੀ ਨਾਨਕ ਜੀ ਗਿਰਾ ਉਬਾਚੀ। ਮਹਾਰਾਜ ਜੀਆਂ ਨੇ ਫਿਰ ਬਚਨ ਕਹੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਤਰੋ ਧਿਆਨ ਨਿਤ ਉਰ ਅਵਨੀਪਾ। ਹੇ ਰਾਜਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਜਾ ਸੁਦਰਸੈਨ ਨੂੰ ਲੱਗੇ ਕਹਿਣ ਕਿ ਹੇ ਰਾਜਨ, ਤੁਸੀਂ ਜਦੋਂ ਤੁਹਾਡਾ ਚਿੱਤ ਕਰੇ ਅਸੀਂ ਤੇਰੇ ਕੋਲੋਂ ਦੂਰ ਨਹੀਂ, ਬਸ ਤੂੰ ਸਾਡਾ ਧਿਆਨ ਧਰੀ। ਮੈਂ ਹੋ ਤੁਮਰੇ ਸਦਾ ਸਮੀਪਾ। ਅਸੀਂ ਤੇਰੇ ਕੋਲ ਸਮੀਪ, ਅਸੀਂ ਹਮੇਸ਼ਾ ਤੇਰੇ ਕੋਲ ਹਾਂ। ਸੁਚ ਸੋ ਪੰਚਾਮ੍ਰਿਤ ਕਰਵਾਵੋ। ਪ੍ਰੇਮ ਸਹਿਤ ਸੁਚਤਾ ਸਹਿਤ ਤੁਸੀਂ ਤਿਹਾਵਲ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਟਕਾ ਰਾਖ ਅਰਦਾਸੀ ਅਲਾਵੋ। ਔਰ ਭਾਵਨਾ ਸਹਿਤ ਤੁਸੀਂ ਬੇਨਤੀ ਕਰਨਾ। ਜਦੋਂ ਤੁਸੀਂ ਬੇਨਤੀ ਕਰੋਗੇ ਅਸੀਂ ਕੋਲ ਤੁਹਾਡੇ ਹੋਵਾਂਗੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਤੋਂ ਹੀ ਇਹ ਮਰਿਆਦਾ ਆਰੰਭ ਹੋ ਗਈ ਭਾਈ। ਜਦੋਂ ਵੀ ਕੋਈ ਤੁਹਾਨੂੰ ਔੜ ਜਾਪੇ, ਜਦੋਂ ਵੀ ਕੋਈ ਤੁਹਾਨੂੰ ਥੁੜ ਮਹਿਸੂਸ ਹੋਵੇ, ਆਪ ਸੁਚਤਾ ਸਹਿਤ ਦੇਗ ਤਿਆਰ ਕਰੋ, ਅਰਦਾਸ ਬੇਨਤੀ ਕਰੋ, ਮਾਲਕ ਆਪ ਉੱਥੇ ਹਾਜ਼ਰ ਹੋਵੇਗਾ। ਧੰਨ ਸਤਿ ਸ੍ਰੀ ਅਕਾਲ। ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਤੋਂ ਹੀ ਇਹ ਮਰਿਆਦਾ ਹੈ। ਕਿਸੇ ਵੇਲੇ ਸਾਧ ਸੰਗਤ ਜੀਓ, ਇੱਕ ਸਭਾ ਦੇ ਅੰਦਰ ਇਹ ਬਚਨ ਚੱਲੇ, ਕਹਿੰਦੇ ਭਾਈ ਦੱਸੋ ਕਿਹੜਾ ਐਸਾ ਪੰਥ ਹੈ, ਕਿਹੜਾ ਐਸਾ ਧਰਮ ਹੈ ਜਿਹਦੀਆਂ ਖੁਸ਼ੀ ਤੇ ਗਮੀ ਦੀਆਂ ਕਿਰਿਆਵਾਂ ਇੱਕ ਹੀ ਹਨ? ਕਿਹੜਾ ਐਸਾ ਧਰਮ ਹੈ? ਖੁਸ਼ੀ ਤਥਾ ਗਮੀ ਦੇ ਅੰਦਰ ਜਿਨ੍ਹਾਂ ਦੇ ਕੰਮ ਜਿਹੜੀਆਂ ਕਿਰਿਆਵਾਂ ਨੇ ਉਹ ਇੱਕ ਬਰਾਬਰ ਨੇ। ਸਾਰੇ ਸੋਚੀ ਪੈ ਗਏ ਵੀ ਖੁਸ਼ੀ ਤੇ ਗਮੀ, ਖੁਸ਼ੀ ਹੋਰ ਹੈ, ਗਮੀ ਦੇ ਅੰਦਰ ਹੋਰ ਹੈ। ਉੱਥੇ ਸਭਾ ਦੇ ਅੰਦਰ ਬੈਠਿਆਂ ਲੱਗੇ ਕਹਿਣ, ਕਹਿੰਦੇ ਜੀ ਉਹ ਸਿੱਖ ਧਰਮ ਹੈ। ਜੇ ਘਰ ਦੇ ਅੰਦਰ ਕੋਈ ਮੌਤ ਹੋ ਜਾਏ, ਮੌਤ ਹੋਣ ਤੇ ਵੀ ਕੜਾ ਪ੍ਰਸ਼ਾਦ ਤਿਹਾਵਲ ਦੀ ਦੇਗ ਤਿਆਰ ਕਰਕੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉੱਥੇ ਵੀ ਪੜਨਾ। ਜੇ ਪੁੱਤਰ ਦੀ ਸ਼ਾਦੀ ਹੈ, ਸ਼ਾਦੀ ਹੋਈ ਤੇ ਫਿਰ ਤਿਹਾਵਲ ਦੇਗ ਤਿਆਰ ਕਰਕੇ ਆਨੰਦ ਭਇਆ ਮੇਰੀ ਮਾਏ, ਫਿਰ ਆਨੰਦ ਸਾਹਿਬ ਪੜਨਾ। ਇੱਕ ਬਰਾਬਰ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਮਰਿਆਦਾਵਾਂ ਪਏ ਬੰਨ੍ਹਦੇ ਹਨ। ਬਚਨ ਕੀਤਾ ਮਹਾਰਾਜ ਜੀਆਂ ਨੇ, ਕਹਿੰਦੇ ਭਾਈ ਤੁਸੀਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਬਿਨੈ ਕਰਨੀ। ਤੋਹਰਾ ਹਾਜ਼ਰ ਹੋਵੋ ਆਨ ਤਬ ਕਰੋ ਕਾਮਨਾ ਪੂਰ। ਭਾਈ ਅਸੀਂ ਉੱਥੇ ਹਾਜ਼ਰ ਹੋਵਾਂਗੇ, ਜੋ ਤੇਰੇ ਹਿਰਦੇ ਦੀ ਕਾਮਨਾ ਹੋਵੇਗੀ ਪੂਰਨ ਕਰਾਂਗੇ। ਅਸ ਕੈ ਬੋ ਤੀਰਜ ਦਿਓ ਭੂਪਤ ਕੋ ਜਗ ਮੂਰ। ਪਾਤਸ਼ਾਹ ਜੀਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਚਨ ਕਹਿ ਕੇ ਰਾਜੇ ਭੂਪਤ ਸੁਦਰਸੈਨ ਨੂੰ ਮਹਾਰਾਜ ਜੀ ਨੇ ਸਾਧ ਸੰਗਤ ਜੀਓ ਧੀਰਜ ਦਿੱਤੀ। ਸਰਬ ਨਗਰ ਕੇ ਨਰ ਮਿਲੇ ਝੰਡੇ ਆਦ ਜਿਆਨ। ਹੋਰ ਵੀ ਜੋ ਨਗਰੀ ਦੇ ਵਿੱਚ ਲੋਕ ਸਨ, ਰਾਜਾ ਸੁਦਰਸੈਨ, ਝੰਡਾ ਬਾਡੀ ਜੀ, ਇੰਦਰਸੈਨ ਜੀ, ਜਾਂ ਹੋਰ ਵੀ ਜਿਹੜੇ ਲੋਕ ਜਦੋਂ ਸਤਿਗੁਰੂ ਜੀ ਉੱਥੋਂ ਤੁਰਨ ਲੱਗਦੇ ਨੇ ਉਹ ਸਾਰੇ ਆਣ ਕੇ ਮਿਲੇ। ਤਿੰਨ ਕੋ ਧੀਰਜ ਦੇ ਗੁਰੂ ਪੁਨ ਕੀਨੋ ਪ੍ਰਸਥਾਨ। ਪਾਤਸ਼ਾਹ ਜੀਆਂ ਨੇ ਸਾਰਿਆਂ ਨੂੰ ਧੀਰਜ ਦੇ ਕੇ ਅਸੀਸ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਿੰਦੇ ਹਨ, ਭਾਈ ਤੁਹਾਨੂੰ ਕਰਤਾਰ ਚਿਤ ਆਵੇ। ਅਸੀਸ ਜਦੋਂ ਵੀ ਮਹਾਰਾਜ ਦਿੰਦੇ ਹਨ, ਸਤਿਗੁਰੂ ਜੀ ਨੇ ਅਸੀਸ ਦੇਣੀ, ਭਲਿਆ ਭਾਈ ਤੈਨੂੰ ਕਰਤਾਰ ਚਿਤ ਆਵੇ, ਤੈਨੂੰ ਕਰਤਾਰ ਵਿਸਰੇ ਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਮਿੱਠੜੀ ਅਸੀਸ ਦੇ ਕੇ, ਧੀਰਜ ਦੇ ਕੇ ਸਤਿਗੁਰੂ ਜੀ ਉਸ ਨਗਰ ਤੋਂ ਚੱਲਦੇ ਹਨ। ਦੋਹਰਾ ਸ਼ਾਰਦੂਲ ਸ਼੍ਰੀ ਗੁਰ ਚਰਨ ਸ਼ਰਨ ਪਰਿਓ ਮੈਂ ਤਾਈ। ਹੁਣ
ਕਵੀ ਜੀ ਇੱਥੇ ਨਵੇਂ ਅਧਿਆਏ ਦਾ ਪ੍ਰਾਰੰਭ ਕਰਦੇ ਹਨ। ਨਵੇਂ ਅਧਿਆਏ ਤੇ ਮੰਗਲ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮੁਬਾਰਕ ਚਰਨ ਜਿਹੜੇ ਹਨ ਸ਼ਾਰਦੂਲ ਕਹੀਏ ਸ਼ੇਰ ਸਮਾਨ ਹਨ। ਮੈਂ ਧਾਏ ਮੈਂ ਦੌੜ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚਦਾ ਹਾਂ। ਜੰਬੁਕ ਜਮ ਬਪੁਰਾ ਨਿਬਲ ਤਾਂ ਕੋ ਕਾਂ ਬਸਾਏ। ਜਮ ਨੇ ਉਹ ਗਿੱਦੜ ਸਮਾਨ ਮਹਾਰਾਜ ਜੀਆਂ ਦੇ ਚਰਨਾਂ ਦਾ ਕਿੱਥੇ ਉਹ ਮੁਕਾਬਲਾ ਕਰਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮੁਕਾਬਲਾ ਉਹ ਜਮ ਰੂਪੀ ਜਿਹੜੇ ਗਿੱਦੜ ਨਿਰਬਲ ਜਿਹੜੇ ਹਨ ਉਹ ਕਿੱਥੇ ਮੁਕਾਬਲਾ ਕਰਨ। ਚੌਪਈ ਸੁਨੋ ਕਥਾ ਸ਼੍ਰੀ ਅੰਗਦ ਰੂਰੀ। ਇਹ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਅੱਗੇ ਤੁਸੀਂ ਮਿਠੜੀ ਕਥਾ ਆਪ ਸਰਵਣ ਕਰੋ। ਸਰਬ ਕਾਮਨਾ ਕਰੇ ਜੋ ਪੂਰੀ। ਜੋ ਸਰਬ ਕਾਮਨਾ ਨੂੰ ਪੂਰੀ ਕਰਨ ਵਾਲੀ ਹੈ। ਸੁਦਰ ਸੈਨ ਕੇ ਦੇ ਉਰ ਧੀਰਾ। ਰਾਜੇ ਸੁਦਰ ਸੈਨ ਨੂੰ ਹਿਰਦੇ ਅੰਦਰ ਧੀਰਜ ਦੇ ਕਰਕੇ ਗਮ ਨੇ ਆਗੇ ਗੁਨੀ ਗਹੀਰਾ। ਗੁਨੀ ਗਹੀਰ ਪਾਤਸ਼ਾਹ ਜੀ ਉਥੋਂ ਅੱਗੇ ਚੱਲਦੇ ਹਨ। ਚਲੇ ਜਾਏ ਸਾਗਰ ਪੈ ਐਸੇ। ਮਹਾਰਾਜ ਜੀ ਸਾਗਰਾਂ ਦੇ ਉੱਪਰ ਐਸੇ ਤੁਰਦੇ ਹਨ। ਬਿਨਾ ਪੰਖ ਤਰਨੀ ਪਰ ਜੈਸੇ। ਮਹਾਰਾਜ ਜਿਵੇਂ ਸਾਫ਼ ਧਰਤੀ ਉੱਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲਦੇ ਹੋਣ ਬਿਨਾ ਚਿੱਕੜ ਤੋਂ ਇਸ ਪ੍ਰਕਾਰ ਚੱਲ ਰਹੇ ਹਨ। ਭਨਤ ਜਾਤ ਸ਼੍ਰੀ ਮੁਖ ਤੇ ਬਚਨਾ। ਮਹਾਰਾਜ ਜੀ ਰਸਤੇ ਪੈਂਡੇ ਅੰਦਰ ਬਚਨ ਕਰਦੇ ਜਾਂਦੇ ਹਨ। ਹਾਸ ਕਰਨ ਕੀ ਜਿਨ ਮੈਂ ਰਚਨਾ। ਕਈ ਵਾਰ ਚੱਲਦਿਆਂ ਚੱਲਦਿਆਂ ਮਹਾਰਾਜ ਜੀ ਕੋਈ ਹਾਸ ਰਾਸ ਦੇ ਵੀ ਬਚਨ ਇਸ ਪ੍ਰਕਾਰ ਕਹਿੰਦੇ ਜਾਂਦੇ ਹਨ। ਹੁਣ ਕਈ ਤਾਂ ਜਿਹੜੇ ਸਾਧ ਸੰਗਤ ਜੀ ਉਹ ਆਪਾਂ ਜਨਮ ਸਾਖੀਆਂ ਦੇ ਅੰਦਰ ਜਾਂ ਇਤਿਹਾਸ ਦੇ ਵਿੱਚੋਂ ਬਚਨ ਪੜ੍ਹ ਲੈਂਦੇ ਹਾਂ, ਪਰ ਹੁਣ ਸਫ਼ਰ ਦੇ ਵਿੱਚ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਦੇ ਨਾਲ ਕਈ ਵਾਰ ਚੱਲਦਿਆਂ ਹੋਇਆਂ ਹਾਸ ਰਾਸ ਦੇ ਬਚਨ ਸਤਿਗੁਰੂ ਮਹਾਰਾਜ ਜੀ ਉਹ ਵੀ ਕਰਦੇ ਜਾਂਦੇ ਹਨ। ਟਾਪੂ ਏਕ ਅਗਾਰੀ ਆਵਾ। ਇੱਕ ਅੱਗੇ ਸਾਧ ਸੰਗਤ ਜੀ ਉਹ ਟਾਪੂ ਆਇਆ। ਗਮਨ ਕੀਨ ਪੁਨ ਤਾਏ ਮਝਾਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਟਾਪੂ ਦੇ ਅੰਦਰ ਉਸ ਥਾਂ ਤੇ ਪਹੁੰਚੇ ਹਨ। ਦੋਏ ਕੋਸ ਤੇ ਪੁਰ ਇੱਕ ਦੇਖਾ। ਦੋ ਕੋਹ ਤੋਂ ਸਤਿਗੁਰੂ ਜੀਆਂ ਨੇ ਇੱਕ ਨਗਰ ਨੂੰ ਤੱਕਿਆ। ਅਤ ਸੁੰਦਰ ਜੈ ਦੁਰਗ ਬਿਸ਼ੇਖਾ। ਬੜਾ ਸੋਹਣਾ ਸਾਧ ਸੰਗਤ ਜੀਓ ਦੂਰ ਇੱਕ ਕਿਲਾ ਤੱਕਿਆ। ਤੈ ਠਾਂ ਬੈਸ ਗਏ ਗਤ ਦਾਨਾ। ਹੁਣ ਗੱਤ ਦੇਣ ਵਾਲੇ ਸਤਿਗੁਰੂ ਜੀ ਨਗਰ ਵਿੱਚ ਨਾ ਗਏ, ਉੱਥੇ ਹੀ ਪਿਛਾਂ ਹੀ ਦੋ ਕੋ ਮਹਾਰਾਜ ਪਿਛਾਂ ਹੀ ਬੈਠ ਗਏ। ਨਿਕਟ ਨਗਰ ਨੈ ਕੀਨ ਪਿਆਨਾ। ਨਗਰ ਦੇ ਵਿੱਚ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾ ਗਏ। 3 ਦਿਵਸ ਬੀਤੇ ਉਦਿਆਨਾ। ਹੁਣ ਕਹਿੰਦੇ ਦਿਨ 3 ਲੰਘ ਗਏ। 3 ਦਿਨ ਪਾਤਸ਼ਾਹ ਜੀ ਉੱਥੇ ਹੀ ਬੈਠੇ ਰਹੇ। ਤਬ ਮਰਦਾਨੇ ਬਚਨ ਬਖਾਨਾ। ਔਰ ਹਾਰ ਕੇ ਇੱਕ ਦਿਨ ਫਿਰ ਭਾਈ ਮਰਦਾਨਾ ਸਾਹਿਬ ਜੀ ਨੇ ਬਚਨ ਕਹਿ ਹੀ ਦਿੱਤਾ। ਆਇਸ ਦਿਓ ਨਗਰ ਮੈਂ ਜਾਵਾਂ। ਪਾਤਸ਼ਾਹ ਆਗਿਆ ਦਿਓ ਮੈਂ ਪਿੰਡ ਵਿੱਚ ਜਾਵਾਂ। ਚਲੋ ਜੇ ਪਿੰਡ ਵਾਲਾ ਕੋਈ ਇੱਧਰ ਨੂੰ ਨਹੀਂ ਆਇਆ ਪਾਤਸ਼ਾਹ ਤੁਸੀਂ ਮੈਨੂੰ ਆਗਿਆ ਦਿਓ। ਤੈਂ ਬਿਲੋਕ ਮੈਂ ਤੂਰਣ ਆਵਾਂ। ਪਾਤਸ਼ਾਹ ਮੈਂ ਨਗਰ ਵੇਖ ਕੇ ਆਉਂਦਾ ਹਾਂ। ਬੋਲਤ ਪੇ ਸ਼੍ਰੀ ਮੁਖ ਬਿਗਸਾਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਹਿ ਸੁਭਾਗ ਸਤਿਗੁਰੂ ਮੁਸਕਰਾ ਕੇ ਬਚਨ ਕਰਦੇ ਹਨ। ਛੁਦਾ ਲਗੀ ਹੋਏ ਹੈ ਮਰਦਾਨੇ। ਪਾਤਸ਼ਾਹ ਸਹਿ ਸੁਭਾਗ ਲੱਗੇ ਕਹਿਣ ਮਰਦਾਨਿਆਂ ਭੁੱਖ ਲੱਗੀ ਹੈ। ਭਾਈ ਮਰਦਾਨਾ ਜੀ ਕਹਿੰਦੇ ਪਾਤਸ਼ਾਹ ਆਗਿਆ ਦਿਓ ਮੈਂ ਪਿੰਡ ਵੇਖ ਆਵਾਂ, ਆ ਨਗਰ ਵੇਖ ਆਵਾਂ, ਬੜਾ ਸੋਹਣਾ ਜਾਪਦਾ ਹੈ। ਦੋ ਕੋ ਪਿਛਾਂ ਬੈਠੇ ਹਨ। ਮਹਾਰਾਜ ਜੀ ਗੱਲ ਸਮਝ ਗਏ, ਕਹਿੰਦੇ ਮਰਦਾਨਿਆਂ ਭੁੱਖ ਲੱਗੀ ਹੈ। ਇਸ ਤਰੀਕੇ ਨਾਲ ਪਾਤਸ਼ਾਹ ਪੁੱਛਦੇ ਹਨ। ਦੋਹਰਾ ਤੁਮ ਕੋ ਭੂਖ ਨ ਵਿਆਪਈ ਤਿਖਾ ਸੰਤਾਏ ਨ ਕੋਏ। ਪਾਤਸ਼ਾਹ ਆਪ ਜੀਆਂ ਨੂੰ ਤਾਂ ਭੁੱਖ ਲੱਗਦੀ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਆਪ ਜੀਆਂ ਨੂੰ ਤਾਂ ਇਹ ਨਾ ਭੁੱਖ ਸਤਾਏ ਨਾ ਤ੍ਰੇਹ ਸਤਾਏ। ਮੈਨੂੰ ਭੁੱਖ ਵੀ ਸਤਾਉਂਦੀ ਹੈ, ਮੈਨੂੰ ਤ੍ਰੇਹ ਵੀ ਸਤਾਉਂਦੀ ਹੈ। ਮੇਰਾ ਆਪ ਜੈਸਾ ਅੰਦਰ ਧੀਰਜ ਨਹੀਂ ਹੈ
ਪਾਤਸ਼ਾਹ ਆਪ ਜੀਆਂ ਦਾ ਬੜਾ ਵੱਡਾ ਧੀਰਜ ਹੈ। ਆਪ ਤਾਂ ਕਈ ਰੋਜ਼ ਨਾ ਕੁਝ ਖਾਓ ਨਾ ਕੁਝ ਪੀਓ, ਇੱਕੋ ਰੰਗ ਕਰਤਾਰ ਦੇ ਵਿੱਚ ਤੁਸੀਂ ਜੁੜੇ ਰਹਿੰਦੇ ਹੋ। ਪਾਤਸ਼ਾਹ ਜੀ ਮੈਨੂੰ ਭੁੱਖ ਵੀ ਸਤਾਉਂਦੀ ਹੈ, ਮੈਨੂੰ ਤ੍ਰੇਹ ਵੀ ਸਤਾਉਂਦੀ ਹੈ। ਤੁਮਕੋ ਭੂਖ ਨਾ ਵਿਆਪਈ ਤਿਖਾ ਸੰਤਾਏ ਨਾ ਕੋਈ, ਨਾ ਤੁਹਾਨੂੰ ਭੁੱਖ ਵਿਆਪੇ ਪਾਤਸ਼ਾਹ, ਨਾ ਤੁਹਾਨੂੰ ਤ੍ਰੇਹ ਸਤਾਏ। ਮੋਕੋ ਆਤੁਰ ਅਤ ਕਰੇ ਕਿਉ ਨਿਰਭਾ ਹਮ ਹੋਏ। ਪਾਤਸ਼ਾਹ ਸਾਡਾ ਨਿਰਵਾਹ ਕਿਵੇਂ ਹੋਵੇ, ਅਸੀਂ ਕਿਵੇਂ ਜੀਵੀਏ, ਸਾਨੂੰ ਭੁੱਖ ਵੀ ਸਤਾਉਂਦੀ ਹੈ ਤਥਾ ਤ੍ਰੇਹ ਵੀ ਤੰਗ ਕਰਦੀ ਹੈ। ਚੌਪਈ ਫਿਰੋਂ ਸੰਗ ਤੁਮਰੇ ਹੱਠ ਕਰਕੇ। ਪਾਤਸ਼ਾਹ ਮੈਂ ਤਾਂ ਤੁਹਾਡੇ ਨਾਲ ਬੜਾ ਹੱਠ ਕਰਕੇ, ਮਨ ਤਕੜਾ ਕਰਕੇ ਤੁਰਿਆ ਫਿਰਦਾ ਹਾਂ। ਕੋਈ ਹੋਰ ਹੁੰਦਾ ਪਾਤਸ਼ਾਹ ਛੱਡ ਜਾਂਦਾ ਸਾਥ। ਮਹਾਰਾਜ ਮੈਂ ਬੜਾ ਹੱਠ ਕਰਕੇ, ਬੜਾ ਵੱਡਾ ਜੇਰਾ ਕਰਕੇ ਤੁਰਿਆ ਹਾਂ। ਅਚੋਂ ਅਸਨ ਅਬ ਨਗਰ ਨਿਹਰ ਕੇ। ਪਾਤਸ਼ਾਹ ਆਗਿਆ ਦਿਓ, ਭੁੱਖ ਲੱਗੀ ਹੈ, ਮੈਂ ਨਗਰ ਵਿੱਚ ਜਾਵਾਂ। ਸ਼੍ਰੀ ਗੁਰ ਭਨੇ ਤਰੋ ਸੰਤੋਖੰ। ਮਹਾਰਾਜ ਕਹਿੰਦੇ ਭਾਈ ਮਰਦਾਨਿਆ ਸੰਤੋਖ ਰੱਖ, ਭਾਈ ਮਰਦਾਨਿਆ ਧੀਰਜ ਰੱਖ। ਸ਼੍ਰੀ ਕਰਤਾਰ ਕਰੇ ਤਵ ਪੋਖੰ। ਕਰਤਾਰ ਆਪ ਰੱਖਿਆ ਕਰੇਗਾ। ਯਤਨ ਕਰਨ ਇਤ ਮਨ ਨ ਡੁਲਾਵੋ। ਕਹਿੰਦੇ ਯਤਨ ਕਰ ਆਪਣੇ ਅੰਦਰ ਨੂੰ ਨਾ ਤੂੰ ਡੁਲਾ। ਪਰਾ ਲਬਦ ਬੈਠੇ ਹੀ ਪਾਵੋ। ਕਹਿੰਦੇ ਘਬਰਾ ਨਾ, ਜੋ ਤੂੰ ਚਾਹੁੰਦਾ ਹੈ ਨਗਰ ਵਿੱਚੋਂ ਜਾ ਕੇ ਖਾ ਕੇ ਆਉਣਾ, ਇੱਥੇ ਹੀ ਪ੍ਰਾਲਬਧ ਬੈਠਿਆਂ ਹੀ ਤੈਨੂੰ ਆ ਜਾਏਗਾ। ਬੂਜਨ ਲਗਾ ਬਹੁਰ ਮਰਦਾਨਾ। ਫਿਰ ਭਾਈ ਮਰਦਾਨਾ ਸਾਹਿਬ ਜੀ ਪੁੱਛਦੇ ਹਨ, ਕਿਆ ਏ ਪੁਰ ਕੋ ਨਾਮ ਸੁਜਾਨਾ। ਮਹਾਰਾਜ ਇਸ ਨਗਰੀ ਦਾ ਨਾਮ ਕੀ ਹੈ ਜਿੱਥੇ ਆਪਾਂ ਪਹੁੰਚੇ ਹਾਂ ਹੁਣ? ਪਾਤਸ਼ਾਹ ਇਸ ਨਗਰੀ ਦਾ ਨਾਮ ਦੱਸ ਦਿਓ। ਸੁਨ ਸ਼੍ਰੀ ਗੁਰ ਨੇ ਦੀਨ ਬਤਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਨਗਰ ਦਾ ਨਾਮ ਦੱਸਦੇ ਹਨ। ਨਾਮ ਬ੍ਰਹਮਪੁਰ ਇਸੇ ਅਲਾਈ। ਭਾਈ ਇਹਦਾ ਨਾਮ ਬ੍ਰਹਮਪੁਰ ਹੈ। ਭਾਈ ਵੀਰ ਸਿੰਘ ਜੀਆਂ ਨੇ ਜੋ ਨਾਲ ਹੇਠਾਂ ਵਿਆਖਿਆ ਜਦੋਂ ਕੀਤੀ ਹੈ, ਫੁੱਟਨੋਟ ਜੋ ਦਿੱਤੇ ਹਨ, ਕਹਿੰਦੇ ਡਿਬਰੂਗੜ੍ਹ ਦੇ ਲਾਗੇ, ਅਸਾਮ ਦੇ ਲਾਗੇ ਜੋ ਉੱਥੋਂ ਦਾ ਇਲਾਕਾ ਉਹ ਮੰਨਿਆ ਜਾਂਦਾ ਹੈ, ਜੋ ਪਾਤਸ਼ਾਹ ਜੀ ਇਹਨਾਂ ਦਿਨਾਂ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਆਪਾਂ ਕਥਾ ਵਾਰਤਾ ਸਰਵਣ ਕਰ ਰਹੇ ਹਾਂ। ਮਹਾਰਾਜ ਜੀਆਂ ਤੋਂ ਪੁੱਛ ਕੀਤੀ, ਪਾਤਸ਼ਾਹ ਕੀ ਹੈ ਇਹਦਾ ਨਾਮ? ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਮਰਦਾਨਿਆ ਇਹਦਾ ਨਾਮ ਬ੍ਰਹਮਪੁਰ ਹੈ। ਜਾਨੋ ਬ੍ਰਾਹਮਣ ਭੂਪਤ ਨਗਰਾ। ਇਹਦਾ ਜੋ ਰਾਜਾ ਹੈ ਉਹ ਬ੍ਰਾਹਮਣ ਹੈ। ਇਸ ਨਗਰੀ ਦਾ ਰਾਜਾ ਬ੍ਰਾਹਮਣ ਹੈ। ਭਰਤ ਰਾਜ ਏ ਟਾਪੂ ਸਗਰਾ। ਇਹਦਾ ਸਾਰੇ ਬੰਨੇ ਇਹਦਾ ਟਾਪੂ ਉੱਪਰ ਰਾਜ ਹੈ। ਕੈਤ ਪਰਸ ਪਰ ਅਸਬਿਦ ਬੈਨਾ। ਇਸ ਪ੍ਰਕਾਰ ਮਹਾਰਾਜ ਜੀ ਨੇ ਬਚਨ ਕਹੇ, ਜੀ ਨਿਜ ਕਿੰਕਰ ਕੀ ਗਤ ਦੇਨਾ। ਜਿਹੜੇ ਬਚਨ ਦਾਸਾਂ ਨੂੰ ਸੁਖ ਦੇਣ ਵਾਲੇ, ਗਤ ਦੇਣ ਵਾਲੇ ਹਨ। ਤੈ ਚਿਨ ਬ੍ਰਿੰਦ ਮਿਰਗ ਲਗੁਆਈ। ਇਹਨੇ ਨੂੰ ਸਾਧ ਸੰਗਤ ਜੀਓ ਉਸ ਥਾਂ ਤੇ ਛੋਟੇ ਛੋਟੇ ਸਹੇ ਉਸ ਥਾਂ ਤੇ ਆਏ। ਚਕਤ ਬਿਲੋਕਤ ਸ਼੍ਰੋਨੇ ਉਠਾਏ। ਜਿਸ ਥਾਂ ਤੇ ਬੈਠੇ ਹੋਏ ਹਨ, ਇੱਕੋ ਦਮ ਉਸ ਥਾਂ ਤੋਂ ਨਾ ਮਿਰਗ ਭੱਜੇ ਇੱਕ ਝੁੰਡ ਦੇ ਅੰਦਰ, ਉੱਥੋਂ ਲੰਘੇ। ਬੜੇ ਹੀ ਉਹਨਾਂ ਨੇ ਆਵਾਜ਼ ਦੇ ਨਾਲ, ਬੜੀ ਉੱਚੀ ਆਵਾਜ਼ ਨਾਲ ਉੱਥੋਂ ਲੰਘੇ ਹਨ। ਭੈ ਕਰ ਭਾਗੇ ਜਾਏ ਅਗਾਰੇ। ਬੜੇ ਡਰ ਦੇ ਨਾਲ ਉਹ ਮਿਰਗ ਅੱਗੇ ਭੱਜੇ। ਆਵਤ ਸ਼ੂਕਰ ਬਹੁਰ ਨਿਹਾਰੇ। ਪਿੱਛੇ ਉਹਨਾਂ ਦੇ ਸੂਰ ਉਹ ਭੱਜੇ ਆਏ। ਬਦਨ ਰਦਨ ਚਬ ਅਸ ਤੈ ਠੋਰੇ। ਸੂਰ ਦੌੜੇ ਜਿਨ੍ਹਾਂ ਦੇ ਦੰਦ ਚਿੱਟੇ ਤਥਾ ਮੂੰਹ ਕਾਲੇ ਹਨ। ਜਨ ਸ਼ਸ਼ ਗਏ ਰਾਹੂ ਬੋ ਦੋਰੇ। ਜਿਸ ਪ੍ਰਕਾਰ ਚੰਦਰਮਾ ਨੂੰ ਭਾਵ ਰਾਹੂ ਨੇ ਪਕੜਿਆ ਹੋਵੇ। ਆਏ ਤਿਨ ਕੇ ਸਵਾਨ ਪਿਛਾਰੀ। ਉਹਨਾਂ ਦੇ ਪਿੱਛੇ ਹੋਰ ਵੀ ਸਾਧ ਸੰਗਤ ਜਿਹੜੇ ਪਿੱਛੇ ਸ਼ਿਕਾਰੀ ਸਨ ਉਹ ਆਏ। ਗਹਿਨ ਹੇਤ ਦੋਰੇ ਬਲ ਧਾਰੀ। ਬਲ ਵਾਲੇ ਉਹਨਾਂ ਨੂੰ ਪਕੜਨ ਵਾਸਤੇ ਪਿੱਛੇ ਦੌੜੇ। ਲਏ ਬਾਵਰਾ ਪੁਨ ਨਰ ਆਏ। ਨਾਲ ਉਹਨਾਂ ਦੇ ਹੋਰ ਵੀ ਸਾਧ ਸੰਗਤ ਜੀਓ ਪਿੱਛੇ ਘੋੜਿਆਂ ਦੇ ਉੱਪਰ ਸਵਾਰ ਹੋ ਕਰਕੇ ਉਹਨਾਂ ਨੂੰ, ਮਿਰਗਾਂ ਨੂੰ ਪਕੜਨ ਵਾਸਤੇ। ਬਹਿਰੀ ਜਾਲ ਸਿਚਾਨ ਉਡਾਏ। ਨਾਲ ਉਹਨਾਂ ਦੇ ਕੋਲ ਹੱਥ ਦੇ ਅੰਦਰ, ਮਨੁੱਖਾਂ ਦੇ ਕੋਲ ਹੱਥ ਵਿੱਚ ਬਾਜ ਆਪਣਾ ਜਾਲ ਪਕੜਿਆ ਹੋਇਆ। ਹੋਰ ਵੀ ਕੋਲ ਉਹਨਾਂ ਦੇ ਸ਼ਿਕਰੇ ਬਾਜ ਆਦਿ ਸਨ।
ਜਿਨ ਤੇ ਬਹੁਤ ਬਿਹੰਗ ਗਹਾਏ। ਜਿਨ੍ਹਾਂ ਦੇ ਨਾਲ ਉਹਨਾਂ ਨੇ ਕਈ ਪੰਛੀਆਂ ਨੂੰ ਪਕੜਿਆ ਹੋਇਆ ਸੀ। ਬੌਰ ਸੂਰ ਦੁਰਾਵਤ ਆਏ। ਇੰਨੇ ਨੂੰ ਪਿੱਛੋਂ ਘੋੜਿਆਂ ਪਰ ਹੋਰ ਵੀ ਆਏ। ਤਿਨ ਕੇ ਪਾਛੇ ਹੁਤੋ ਪੁਆਲਾ। ਉਹਨਾਂ ਤੋਂ ਪਿੱਛੇ ਜੋ ਸਾਰਿਆਂ ਤੋਂ ਬਾਅਦ ਦੇ ਅੰਦਰ ਜੋ ਰਾਜਾ ਆਇਆ, ਜਾਂ ਕੀ ਸ਼ੋਭਾ ਦਿਪਤ ਬਿਸਾਲਾ। ਵੇਖ ਕੇ ਜਿਹਨੂੰ ਜਾਪਦਾ ਸੀ ਵੀ ਇਹ ਇਹਨਾਂ ਦੇ ਵਿੱਚੋਂ ਰਾਜਾ ਜਾਪਦਾ ਹੈ। ਇੰਨੇ ਕੋਲੋਂ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਸ ਥਾਂ ਬੈਠੇ ਹੋਏ ਹਨ। ਇੰਨੇ ਨੂੰ ਪਿੱਛੋਂ ਜਦੋਂ ਰਾਜਾ ਆਇਆ, ਉਹਦੇ ਤੋਂ ਜਾਪਦਾ ਹੈ ਵੀ ਇਹੋ ਹੀ ਰਾਜਾ ਹੈ। ਜੈ ਬੈਸੇ ਬੇਦੀ ਕੁਲ ਦੀਪਾ। ਬੇਦੀ ਕੁਲ ਦੇ ਦੀਪਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਬੈਠੇ ਹੋਏ ਹਨ, ਸੋ ਚਲ ਆਵਾ ਤਬੇ ਸਮੀਪਾ। ਪਾਤਸ਼ਾਹ ਜੀ ਦੇ ਕੋਲ ਸਾਧ ਸੰਗਤ ਜਿਉ ਆਇਆ ਹੈ। ਮਰਦਾਨੇ ਸੋ ਬੋਲਿਓ ਐਸੇ। ਭਾਈ ਮਰਦਾਨਾ ਸਾਹਿਬ ਜੀਆਂ ਨੂੰ ਕੋਲ ਆਣ ਕੇ ਨਾ ਰਾਜਾ ਬਚਨ ਕਰਨ ਲੱਗਾ। ਆਹੋ ਕੌਣ ਤੁਮ ਕਾਨਨ ਬੈਸੇ। ਕਹਿੰਦੇ ਭਾਈ ਤੁਸੀਂ ਕੌਣ ਹੋ ਜੋ ਜੰਗਲ ਵਿੱਚ ਤੁਸੀਂ ਬੈਠੇ ਹੋਏ ਹੋ? ਬੈਸਿਓ ਖਿਜਤ ਛੁਦਾ ਜੈ ਲਾਗੀ। ਹੁਣ ਭਾਈ ਮਰਦਾਨਾ ਸਾਹਿਬ ਜੀ 3 ਦਿਨਾਂ ਦੇ ਭੁੱਖੇ ਬੈਠੇ ਹੋਏ ਹਨ। ਉੱਥੇ ਦਿਨ 3 ਹੋ ਗਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਬੈਠਿਆਂ ਹੋਇਆਂ ਸਤਿਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਜੀ ਤੁਸੀਂ ਬੈਠੋ, ਕੋਈ ਗੱਲ ਨਹੀਂ, ਇੱਥੇ ਹੀ ਹੋ ਜਾਏਗਾ ਪ੍ਰਬੰਧ ਸਾਰਾ ਖਾਣ ਪੀਣ ਦਾ। ਇੰਨੇ ਨੂੰ ਰਾਜੇ ਨੇ ਆਣ ਕੇ ਪੁੱਛ ਲਿਆ ਵੀ ਤੁਸੀਂ ਕੌਣ ਬੈਠੇ ਹੋ ਇਸ ਕਾਨਣ ਜੰਗਲ ਦੇ ਅੰਦਰ? ਤੁਸੀਂ ਕੌਣ ਤੁਸੀਂ ਬੈਠੇ ਹੋਏ ਹੋ? ਭਾਈ ਮਰਦਾਨਾ ਸਾਹਿਬ ਨੂੰ ਪੁੱਛਣ ਦੀ ਦੇਰ ਭਾਈ ਮਰਦਾਨਾ ਸਾਹਿਬ ਜੀ ਜਿਹੜੇ ਹੁਣ 3 ਦਿਨਾਂ ਤੋਂ ਭੁੱਖੇ ਖਿਜੇ ਬੈਠੇ ਹਨ, ਨਿਰਪ ਬੂਜੇ ਤੇ ਰਿਸ ਪੁਨ ਜਾਗੀ। ਹੁਣ ਪੁੱਛਦਿਆਂ ਸਾਰ ਭਾਈ ਮਰਦਾਨਾ ਸਾਹਿਬ ਨੂੰ ਹਿਰਦੇ ਅੰਦਰ ਥੋੜਾ ਰਿਸ ਕ੍ਰੋਧ ਜਿਹਾ ਆਇਆ। ਕਹਿਣ ਲਗਿਓ ਲੋਚਨ ਤੁਝ ਸੰਗਾ। ਭਾਈ ਮਰਦਾਨਾ ਸਾਹਿਬ ਰਾਜੇ ਨੂੰ ਲੱਗੇ ਕਹਿਣ, ਕਹਿੰਦੇ ਅੱਖਾਂ ਨਹੀਂ ਤੇਰੇ ਕੋਲ? ਰੱਬ ਨੇ ਅੱਖਾਂ ਤਾਂ ਤੈਨੂੰ ਦਿੱਤੀਆਂ ਹਨ। ਦੇਖੋ ਹਮ ਮਾਨੁਖ ਸਰਬੰਗਾ। ਕਹਿੰਦੇ ਅਸੀਂ ਵੀ ਮਨੁੱਖ ਹਾਂ, ਜੇ ਤੂੰ ਮਨੁੱਖ ਹੈ ਅਸੀਂ ਵੀ ਮਨੁੱਖ ਹਾਂ। ਰੱਬ ਨੇ ਸਾਨੂੰ ਹੱਥ ਪੈਰ ਦਿੱਤੇ ਹੋਏ ਇਸ ਥਾਂ ਅਸੀਂ ਬੈਠੇ ਹਾਂ। ਮਧੁਰ ਬੈਨ ਸੁਨ ਬੈਨ ਅਲਾਏ। ਰਾਜੇ ਦਾ ਨਾਮ ਜਿਹੜਾ ਮਧੁਰ ਬੈਨ ਸੀ, ਉਹਨੇ ਫਿਰ ਦੁਬਾਰਾ ਕਿਹਾ ਹੋ ਅਤੀਤ ਤੁਮ ਦਿਓ ਬਤਾਏ। ਜਾਪਦੇ ਤੁਸੀਂ ਰਾਹੀ ਪਾਂਦੀ ਹੋ ਅਤੀਤ, ਮੈਨੂੰ ਤੁਸੀਂ ਦੱਸਣਾ ਕਰੋ। ਖਿਜ ਕੈ ਬੋ ਬੋਲਿਓ ਮਰਦਾਨਾ। ਫਿਰ ਭਾਈ ਮਰਦਾਨਾ ਜੀ ਦੁਬਾਰਾ ਫਿਰ ਖਿਜ ਕੇ ਲੱਗੇ ਕਹਿਣ, ਤੁਝ ਕਿਆ ਲੋਚਨ ਸੰਗ ਦਿਖਾਨਾ। ਤੈਨੂੰ ਅੱਖਾਂ ਨਾਲ ਕੀ ਜਾਪਦਾ? ਤੈਨੂੰ ਜਾਪਦਾ ਨਹੀਂ ਵੀ ਇੱਥੋਂ ਦੇ ਨਹੀਂ ਹਨ? ਤੈਨੂੰ ਦਿਸਦਾ ਨਹੀਂ, ਤੈਨੂੰ ਦਿਖਾਈ ਨਹੀਂ ਦਿੰਦਾ ਵੀ ਰਾਹੀ ਪਾਂਦੀ ਹਨ, ਅਤੀਤ ਹਨ? ਇਸ ਪ੍ਰਕਾਰ ਭਾਈ ਮਰਦਾਨਾ ਜੀ ਨੇ ਬਚਨ ਕੀਤਾ। ਅਸ ਕੈ ਬੰਕ ਨੈਣ ਕਰ ਹੀਰਾ। ਇਸ ਪ੍ਰਕਾਰ ਭਾਈ ਮਰਦਾਨਾ ਜੀ ਨੇ ਟੇਢੀਆਂ ਅੱਖਾਂ ਦੇ ਨਾਲ ਤੱਕਣਾ ਕੀਤਾ, ਕਿਉਂਕਿ ਜਿਹਨੂੰ ਹੁਣ ਕਈ ਦਿਨਾਂ ਦੀ ਭੁੱਖ ਨੇ ਸਤਾਇਆ ਹੋਵੇ, ਕੋਈ ਕਹਿੰਦਾ ਜੀ 2 ਤੇ 2, ਕਹਿੰਦੇ 4, ਕਹਿੰਦੇ ਨਹੀਂ 2 ਤੇ 2 ਰੋਟੀਆਂ। ਕਿਉਂਕਿ ਜਿਹਨੂੰ ਜਿਵੇਂ ਭੁੱਖ ਨੇ ਸਤਾਇਆ ਹੋਵੇ ਕਈ ਰੋਜ਼ ਤੋਂ, ਭਾਈ ਮਰਦਾਨਾ ਸਾਹਿਬ ਦੇ ਕੋਲ ਰਾਜਾ ਮਧੁਰ ਬੈਣ ਉੱਥੇ ਆਇਆ। ਉਹਨੇ ਇਸ ਪ੍ਰਕਾਰ ਬਚਨ ਕੀਤੇ। ਭਾਈ ਮਰਦਾਨਾ ਜੀ ਕਹਿੰਦੇ ਵੀ ਰੱਬ ਨੇ ਤੈਨੂੰ ਅੱਖਾਂ ਤਾਂ ਦਿੱਤੀਆਂ ਨੇ, ਤੂੰ ਵੇਖ, ਆਪ ਵੇਖ ਲੈ ਸੀ ਕੌਣ ਹਾਂ। ਇਸ ਪ੍ਰਕਾਰ ਭਾਈ ਮਰਦਾਨਾ ਸਾਹਿਬ ਜੀ ਟੇਢੀਆਂ ਅੱਖਾਂ ਨਾਲ ਤੱਕਣ ਲੱਗੇ। ਨਿਰਪ ਸੋ ਬੋਲਿਓ ਬਚਨ ਨਾ ਫੇਰਾ। ਨਿਰਪ ਬੋਲਿਆ ਪਰ ਕੋਈ ਗੋਤਰ ਨਾ ਦਿੱਤਾ। ਨੀਚ ਡੀਠ ਕਰ ਬੈਠ ਰਹਾ ਵਾ। ਉਸੇ ਤਰ੍ਹਾਂ ਹੇਠਾਂ ਅੱਖਾਂ ਕਰਕੇ ਬੈਠੇ ਰਹੇ। ਜੈ ਕੈ ਕੋ ਨੇ ਬੋਲ ਸੁਖਾਵਾ। ਜਿਨ੍ਹਾਂ ਨੇ ਕੋਈ ਵੀ ਉੱਥੇ ਬਚਨ ਨਾ ਕੀਤਾ। ਸੁਨ ਸ਼੍ਰੀ ਅੰਗਦ ਮੈਂ ਤਬ ਜਾਨੀ। ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਫਿਰ ਸਾਰੀ ਗੱਲ ਮੈਂ ਸਮਝ ਗਿਆ। ਸ਼੍ਰੀ ਨਾਨਕ ਐ ਤੂਸ਼ਨ ਠਾਨੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਕੁਛ ਨਾ ਬੋਲੇ। ਖਿਜਿਓ ਛੁਦਾਸੋਂ ਬਹੁ ਮਰਦਾਨਾ। ਜੋ ਭਾਈ ਮਰਦਾਨਾ ਜੀ ਭੁੱਖ ਦੇ ਨਾਲ ਜਿਹੜੇ ਬੜੇ ਖਿਜੇ ਬੈਠੇ ਸਨ, ਯੋਂ ਵਿਚਾਰ ਮੈਂ ਬਚਨ ਬਖਾਨਾ। ਫਿਰ ਮੈਂ ਵਿਚਾਰ ਕਰਕੇ ਬਚਨ ਕੀਤਾ। ਦੋਹਰਾ ਹਮ ਆਏ ਪਰਦੇਸ ਤੇ ਕਿਸਹੂ ਸੋਨਾ ਪਛਾਨ। ਕਹਿੰਦੇ ਮੈਂ ਰਾਜੇ ਮਧੁਰ ਬੈਨ ਨੂੰ, ਹੇ ਧੰਨ ਗੁਰੂ ਅੰਗਦ ਦੇਵ ਜੀ, ਭਾਈ ਬਾਲਾ ਜੀ ਲੱਗੇ ਕਹਿਣ, ਹੇ ਪਾਤਸ਼ਾਹ
ਜਦੋਂ ਮਧੁਰ ਬੈਨ ਨੇ ਇੰਨੀ ਗੱਲਬਾਤ ਪੁੱਛੀ, ਭਾਈ ਮਰਦਾਨਾ ਜੀ ਨੇ ਕੋਈ ਉੱਤਰ ਨਾ ਦਿੱਤਾ। ਪਾਤਸ਼ਾਹ ਜੀ ਵੀ ਤੁਸ਼ਨ ਸਨ। ਫਿਰ ਮੈਂ ਉਸ ਰਾਜੇ ਨੂੰ ਜੋ ਆਇਆ ਸੀ, ਅਸੀਂ ਉਹਨੂੰ ਉੱਤਰ ਦਿੱਤਾ ਵੀ ਅਸੀਂ ਪਰਦੇਸੀ ਹਾਂ, ਸਾਨੂੰ ਇੱਥੇ ਕੋਈ ਵੀ ਨਹੀਂ ਪਛਾਣਦਾ। ਸੰਤ ਵੇਖ ਦੇਖਤ ਫਿਰੈ ਅਵਨੀ ਸ਼ੁਭ ਸਥਾਨ। ਅਸੀਂ ਵੱਖ-ਵੱਖ ਥਾਵਾਂ ਦੇ ਉੱਪਰ ਅਸੀਂ ਵਿਚਰ ਰਹੇ ਹਾਂ, ਭਲੇ ਪੁਰਖਾਂ ਨੂੰ ਵੇਖ ਰਹੇ ਹਾਂ, ਸੁੰਦਰ ਥਾਵਾਂ ਤੱਕ ਰਹੇ ਹਾਂ। ਚੌਪਈ ਅਗਰਜ ਤੈ ਟਾਪੂ ਸੁਦੇ ਹੋਈ। ਇਸ ਤੋਂ ਪਹਿਲਾ ਜਿਹੜਾ ਟਾਪੂ ਸੀ, ਏਕ ਤਪਾ ਹੈ ਨਾਨਕ ਕੋਈ। ਉਸ ਥਾਂ ਤੇ ਭਾਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬਾਬਤ ਉਸ ਟਾਪੂ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਜਸ ਫੈਲਿਆ। ਝੰਡੇ ਕੋ ਸਤਿਗੁਰੂ ਬਣਾਇਆ। ਪਾਤਸ਼ਾਹ ਜੀਆਂ ਨੇ ਝੰਡੇ ਨੂੰ ਪ੍ਰਚਾਰਕ ਥਾਪਿਆ, ਆਗੂ ਥਾਪਿਆ। ਸੁਦਰ ਸੈਨ ਬੋ ਭੂਪ ਬਧਾਇਆ। ਇਹ ਮਧੁਰ ਬੈਣ ਜੋ ਰਾਜਾ ਉਸ ਟਾਪੂ ਦਾ ਹੈ, ਸੁਦਰ ਸੈਨ, ਉਹਨੂੰ ਮਹਾਰਾਜ ਜੀਆਂ ਨੇ ਸਿੱਖਿਆ ਦਿੱਤੀ। ਮਧੁਰ ਬੈਨ ਸਮਝੀ ਮਨ ਮਾਈ। ਮਧੁਰ ਬੈਨ ਨੇ ਸੁਣਦਿਆਂ ਸਾਰ, ਕਿਉਂਕਿ ਖਬਰ ਹੌਲੀ ਹੌਲੀ ਉਹਦੇ ਕੋਲ ਵੀ ਪਹੁੰਚ ਗਈ, ਇਲਾਕੇ ਦੀ ਖਬਰ, ਇੱਕ ਟਾਪੂ ਦੀ ਦੂਸਰੇ ਟਾਪੂ ਕੋਲ, ਉਹਨੇ ਸਾਰੀ ਬਾਤ ਪਕੜ ਲਈ। ਸੋ ਤਪਾ ਸੁਨਿਓ ਜਸ ਜਾਈ। ਫਿਰ ਕਹਿੰਦੇ ਅੱਛਾ ਉਹ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਨਿਸ਼ਚੇ ਕਰ ਬੂਜਨ ਕੇ ਕਾਰਨ। ਫਿਰ ਦੁਬਾਰਾ ਪੁੱਛਣ ਵਾਸਤੇ। ਬੋਹਰੋ ਕੀਨੋ ਬਚਨ ਉਚਾਰਨ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਉਹਨੇ ਬਚਨ ਉਚਾਰਿਆ। ਕੋ ਹੈ ਨਾਮ ਕੌਣ ਤੁਮ ਦੇਸ਼ਾ। ਪਾਤਸ਼ਾਹ ਕੀ ਨਾਮ ਹੈ ਤੇ ਕਿਹੜਾ ਦੇਸ਼ ਹੈ। ਕਹਾਂ ਸਿਧਾਰੋ ਕਾਂ ਕੋ ਬੇਸਾ। ਕਿੱਥੇ ਜਾਣਾ ਹੈ ਤੇ ਕਿਹੜਾ ਵੇਖ ਕਿਹੜਾ ਹੈ। ਸੁਨ ਮੈਂ ਕਿਉ ਨਾਮ ਮਮ ਬਾਲਾ। ਕਹਿੰਦੇ ਮੈਂ ਉਹਨਾਂ ਬਚਨ ਸੁਣ ਕੇ ਮੈਂ ਆਪਣਾ ਨਾਮ ਦੱਸਿਆ, ਮੇਰਾ ਨਾਮ ਬਾਲਾ ਹੈ। ਇਸ ਰੂਪ ਸ਼੍ਰੀ ਨਾਨਕ ਦਿਆਲਾ। ਇਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹਨ, ਜੋ ਜਗਤ ਦਾ ਉਧਾਰ ਕਰਨ ਵਾਸਤੇ ਵੱਖ-ਵੱਖ ਥਾਵਾਂ ਤੇ ਪਹੁੰਚਦੇ ਹਨ। ਦੋਹਰਾ ਜਾਂ ਕੋ ਮਰਦਾਨਾ ਅਹੇ ਮਦਰ ਦੇਸ਼ ਹਮ ਤਾਮ। ਔਰ ਨਾਲ ਜੋ ਸਾਡੇ ਸੰਗੀ ਨੇ, ਮੇਰਾ ਨਾਮ ਬਾਲਾ ਹੈ, ਇਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹਨ ਔਰ ਇਹ ਭਾਈ ਮਰਦਾਨਾ ਜੀ ਹਨ। ਮਦਰ ਦੇਸ਼ ਪੰਜਾਬ ਦੇ ਅੰਦਰ ਸਾਡਾ ਧਾਮ, ਸਾਡੀ ਨਗਰੀ ਹੈ। ਸੇਵਤ ਸ਼੍ਰੀ ਗੁਰ ਪਦ ਪਦਮ ਮੁਕਤ ਹੋਣ ਕੇ ਕਾਮ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮੁਬਾਰਕ ਚਰਨ ਕਮਲਾਂ ਨੂੰ ਸੇਵਣ ਵਾਲੇ ਹਾਂ, ਜਿਨ੍ਹਾਂ ਦੇ ਚਰਨ ਕਮਲਾਂ ਨੂੰ ਸੇਵਣ ਦੇ ਨਾਲ ਭਵ ਸਾਗਰ ਤੋਂ ਤਰ ਜਾਈਦਾ ਹੈ। ਜੋ ਪਈ ਹਰਖਿਓ ਮਧੁਰ ਬੈਨ ਸੁਨ ਬੈਨਾ। ਮਧੁਰ ਬੈਣ ਇੰਨੇ ਬੋਲ ਸੁਣ ਕੇ ਹਿਰਦੇ ਅੰਦਰ ਅਤਿਅੰਤ ਪ੍ਰਸੰਨ ਹੋਇਆ। ਨਿਸ਼ਚੇ ਲਖਿਓ ਹਿਰਦੇ ਗਤ ਦੇਨਾ। ਮਹਾਰਾਜ ਜੀਆਂ ਦੇ ਬਾਬਤ ਹਿਰਦੇ ਅੰਦਰ ਪ੍ਰੇਮ ਵੀ ਜਾਗਿਆ ਤੇ ਜਾਗਿਆ ਕਿ ਇਹੋ ਹੀ ਭਵ ਸਾਗਰ ਤੋਂ ਮੈਨੂੰ ਪਾਰ ਕਰਨਗੇ। ਉਤਰ ਤੁਰੰਗ ਜੋਰ ਜੁਗ ਹਾਥਾ। ਘੋੜੇ ਤੋਂ ਇੱਕੋ ਦਮ ਛੇਤੀ ਉਤਰ ਕੇ ਹੱਥ ਜੋੜ ਲਏ। ਪਇਓ ਦੀਨ ਬੰਦੇ ਜਗਨਾਥਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਨਿਰਮਾਣਤਾ ਨਿਮਰਤਾ ਸਹਿਤ ਖਲੋਤੇ ਹਨ। ਇਹ ਪ੍ਰੇਮ ਪੁਨ ਬਿਨੇ ਬਖਾਨੀ। ਪ੍ਰੇਮ ਸਹਿਤ ਇਹਨੇ ਬਚਨ ਕੀਤੇ। ਗਮਨੋ ਨਗਰ ਵਿਖੇ ਗੁਣ ਖਾਨੀ। ਹੇ ਗੁਣਾਂ ਦੀ ਖਾਨ ਪਾਤਸ਼ਾਹ, ਚਲੋ ਆਓ ਨਗਰ, ਇੱਥੇ ਕਿਉਂ ਬੈਠੇ ਹੋ ਪਾਤਸ਼ਾਹ, ਆਓ ਨਗਰੀ ਵੱਲ ਚੱਲੀਏ। ਜੈ ਮੰਦਰ ਬੋ ਬਨੇ ਬਚਿਤਰਾ। ਪਾਤਸ਼ਾਹ ਜਿੱਥੇ ਬੜੇ ਸੋਹਣੇ ਮੰਦਰ ਆ ਥਾਂ ਬਣੇ ਹੋਏ ਹਨ। ਪਾਏ ਪਾਉ ਨਿਜ ਕਰੋ ਪਵਿੱਤਰਾ। ਪਾਤਸ਼ਾਹ ਉਹਨਾਂ ਨੂੰ ਵੀ ਤੁਸੀਂ ਪਵਿੱਤਰ ਕਰ ਦੇਵੋ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਉਹਨਾਂ ਨੂੰ ਤੁਸੀਂ ਪਵਿੱਤਰ ਕਰੋ, ਉਹਨਾਂ ਥਾਵਾਂ ਨੂੰ। ਲੈ ਕਰ ਅੰਨ ਬਣਾਏ ਭੰਡਾਰਾ। ਪਾਤਸ਼ਾਹ ਆਓ ਉਸ ਥਾਂ ਤੇ ਆ ਕਰਕੇ ਤੁਸੀਂ ਉਹਨਾਂ ਮੁਬਾਰਕ ਥਾਵਾਂ ਨੂੰ ਆਣ ਕਰਕੇ ਤੁਸੀਂ ਪਵਿੱਤਰ ਕਰੋ ਔਰ ਅੰਨ ਭੋਜਨ ਛਕਣਾ ਕਰੋ। ਅਚੋ ਆਪ ਕਰ ਮਧੁਰ ਆਹਾਰਾ। ਮਧੁਰ ਆਹਾਰ ਭੋਜਨ ਛਕੋ। ਰੰਗ ਅਨੇਕ ਲਿਓ ਸੁਟ ਚੀਰੰਗ। ਪਾਤਸ਼ਾਹ ਜੋ ਹੋਰ ਬਸਤਰ ਆਦਿ ਹਨ ਉਹ ਵੀ ਪਹਿਨਣਾ ਕਰੋ। ਪਹਿਰੋ ਗੁਨੀ ਗਾਈਰ ਸਰੀਰੰਗ। ਔਰ ਆਪਣੇ ਸੁੰਦਰ ਤਨ ਦੇ ਉੱਪਰ ਉਹ ਬਸਤਰ ਪਹਿਨਣਾ ਕਰੋ। ਪੁਰ ਨਾ ਚਲੋ ਤੋ ਇਹਾਂ ਪੁਚਾਵੋ। ਪਾਤਸ਼ਾਹ ਜੇ ਨਗਰੀ ਵਿੱਚ ਆਪ ਜੀ ਨਹੀਂ ਜਾਣਾ ਚਾਹੁੰਦੇ,
ਜੇ ਤੁਸੀਂ ਆਗਿਆ ਦੇਵੋ ਤੇ ਕੀ ਮੈਂ ਇੱਥੇ ਹੀ ਪਹੁੰਚਾ ਦੇਵਾਂ? ਬਸਤਰ ਵੀ ਭੋਜਨ ਵੀ ਮੈਂ ਇੱਥੇ ਹੀ ਪਹੁੰਚਾ ਦਿੰਦਾ ਹਾਂ। ਇਹ ਸ਼ਬਦ ਰਾਜੇ ਮਧੁਰ ਬੈਨ ਨੇ ਪਾਤਸ਼ਾਹ ਜੀ ਨੂੰ ਕੀਤੇ। ਕਰੋ ਸੁਬਿਦ ਜਸ ਆਇਸ ਪਾਵੋ। ਪਾਤਸ਼ਾਹ ਜਿਵੇਂ ਤੁਸੀਂ ਮੈਨੂੰ ਆਗਿਆ ਕਰਦੇ ਹੋ, ਹੁਕਮ ਕਰਦੇ ਹੋ, ਉਵੇਂ ਹੀ ਕਰਦਾ ਹਾਂ। ਸੁਨ ਪਵਾਲ ਕੀ ਐਸੀ ਬਾਣੀ। ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਚਨ ਸੁਣ ਕੇ ਬੋਲੇ ਬਚਨ ਗੁਰੂ ਗੁਣ ਖਾਨੀ। ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਫਿਰ ਉਹਨੂੰ ਸਿੱਖਿਆ ਦਿੱਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੋਹਰਾ ਸੁਨੇ ਬੈਨ ਮਮ ਦੀਨ ਹੋਏ, ਬੰਦੇ ਦੋਨੋਂ ਪਾਨ। ਹੱਥ ਜੋੜ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਰਾਜਾ ਮਧੁਰ ਬੈਨ ਪਾਤਸ਼ਾਹ ਜੀਆਂ ਦੇ ਕੋਲ ਬੈਠਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਕੋਲੋਂ ਜਿਸ ਪ੍ਰਕਾਰ ਮਹਾਰਾਜ ਜੀਆਂ ਨੇ ਸਾਧ ਸੰਗਤ ਜੀਓ ਰਾਜਾ ਮਧੁਰ ਬੈਨ ਨੂੰ ਸਤਿਗੁਰੂ ਮਹਾਰਾਜ ਜੀ ਸਿੱਖਿਆ ਉਪਦੇਸ਼ ਦੇਣ ਲੱਗੇ। ਕਹੇ ਕਰੋ ਉਪਦੇਸ਼ ਮੁਝ, ਅਧਿਕਾਰੀ ਸ਼ੁਭ ਜਾਨ। ਹੱਥ ਜੋੜ ਕੇ ਪਾਤਸ਼ਾਹ ਜੀਆਂ ਦੇ ਕੋਲ ਝੋਲੀ ਅੱਡ ਕੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਆਪ ਹੋਰ ਉਪਦੇਸ਼ ਬਖਸ਼ਿਸ਼ ਕਰੋ, ਉਸ ਉਪਦੇਸ਼ ਦੇ ਨਾਲ ਮੈਂ ਭਵ ਸਾਗਰ ਤੋਂ ਪਾਰ ਹੋ ਸਕਾਂ। ਇਹ ਰਾਜੇ ਮਧੁਰ ਬੈਨ ਨੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਸਾਧ ਸੰਗਤ ਜੀਓ ਇਸ ਪ੍ਰਕਾਰ ਬਿਨਾਂ ਬੇਨਤੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਕੀਤੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਰਾਜੇ ਮਧੁਰ ਬੈਨ ਨੂੰ ਜੋ ਉਪਦੇਸ਼ ਦਿੱਤਾ, ਨਾਮ ਦਾ ਮਹਾਤਮ ਦ੍ਰਿੜ ਕਰਵਾਇਆ ਕਿ ਨਾਮ ਦਾ ਮਹਾਤਮ ਕੀ ਹੈ। ਬਹੁਤ ਸੁੰਦਰ ਉਦਾਹਰਨਾਂ ਦੇ ਸਹਿਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਮ ਦਾ ਮਹਾਤਮ ਰਾਜੇ ਮਧੁਰ ਬੈਨ ਨੂੰ ਦ੍ਰਿੜ ਕਰਵਾ ਰਹੇ ਹਨ। ਵੱਖ-ਵੱਖ ਥਾਵਾਂ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਬਾਰਕ ਚਰਨ ਕਮਲ ਪਾ ਕਰਕੇ ਉਹਨਾਂ ਥਾਵਾਂ ਨੂੰ ਪਵਿੱਤਰ ਕਰ ਰਹੇ ਹਨ। ਔਰ ਲੋਕਾਈ ਨੂੰ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੋਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਲੁਕਾਈ ਨੂੰ ਤਰਨ ਵਾਸਤੇ ਪਾਤਸ਼ਾਹ ਜੀ ਗਏ ਹਨ। ਸਾਧ ਸੰਗਤ ਜੀਓ ਇੱਥੇ ਹੀ ਸਮਾਂ ਸਮਾਪਤ ਹੈ। ਕਥਾ ਵਾਰਤਾ ਦੀ ਇੱਥੇ ਹੀ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 हे अच्युत हे पार ब्रह्म अगनासी अगनास हे पूरण हे सर्वमय पंजन गुणतास हे संगी हे निरंकार हे निर्गुण तव टेक हे गोविंद हे गुण निदान जाके सदा बबे हे अपरंपर हर हरे हे संता का सदा संग हे ठाकुर हो दासरू नानक दीजै नाम दान आए प्रभ शरणागति कृपा निध दयाल एक अखर हर मन बस्त नानक ओत निहाल वाहिगुरु नाम जहाज है चढ़े सो तेरे पार जो श्रद्धा कर सेव दे गुर पार उतार निहार जो